अष्टमी अष्टतात की काया तामह अकुल महानिदराया गुरगम ज्ञान बतावै भेद अंग अछेद नौमी नवें द्वार को साध बहती मनसा राखो बांध लोभ मोह सब बिसर जाओ जोग जोग जीवो अमर फल खाओ दसमी दाह दिस होए आनंद छूटै परम मिलै गोबिंद जोत स्वरूपी तत् अनूप अमल ना मल ना शाह नहीं धूपा एकादशी एक दिश तावै तौ जोनी संकट बहुर न आवै शीतल निर्मल पया शरीरा दूर बतावत पाया नीरा बारस बारह उगवै सूर अहनिस बाजे अनहद तूर देखिया तेहूँ लोक का पियो अचरज भया जीवते सीयो तेरस तेरा अगम बखाना अरध उरध बिच सम पहचान नीच ऊच नहीं मान अमान व्यापक सगल व्यापक राम सगल सामान चौदस चौदह लोक मजार रोम रोम में बसह मुरार सत संतोख का तरह ध्यान कथनी कथिय ब्रह्म ज्ञान पुण्यो पूरा चंद आकाश
ਪਸਰਹਿ ਕਲਾ ਸਹਜ ਪਰਗਾਸ, ਆਦ ਅੰਤ ਮਦ ਹੋਏ ਰਿਹਾ ਥੀਰ। ਸੁਖ ਸਾਗਰ ਮਹਿ ਰਮਹਿ ਕਬੀਰ। ਆਦ ਅੰਤ ਮਦ ਹੋਏ ਰਹਿਆ ਥੀਰ। ਸੁਖ ਸਾਗਰ ਮੈਂ ਰਮਹਿ ਕਬੀਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਅਤੇ ਤਖਤ ਦੇ ਮਾਲਕ ਬਾਣੀ ਕੇ ਬੋਹੇਤ, ਸਰਬ ਸਾਂਝੀ ਵਾਲਤਾ ਦੇ ਪ੍ਰਤੀਕ ਸ਼ਬਦ ਗੁਰੂ, ਦਸਾਂ ਹੀ ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ। ਗੁਰਦੁਆਰਾ ਦਮਦਮਾ ਸਾਹਿਬ ਪਾਤਸ਼ਾਹੀ ਪਹਿਲੀ ਪਾਤਸ਼ਾਹੀ ਛੇਵੀਂ ਮਹਾਨ ਪਵਿੱਤਰ ਇਤਿਹਾਸਕ ਸਥਾਨ 'ਤੇ ਬਿਰਾਜਮਾਨ ਔਰ ਯਾਤਰਾ ਕਰ ਰਹੀ ਬਹੁਤ ਹੀ ਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ ਵਡਭਾਗੇ ਹੋ। ਅੰਮ੍ਰਿਤ ਵੇਲੇ ਦੀ ਸਾਂਭ ਸੰਭਾਲ ਕਰਦਿਆਂ ਹੋਇਆਂ ਨੀਂਦਰ ਆਲਸ ਆਦਿ ਦਾ ਤਰਕ ਤਿਆਗ ਕਰਕੇ ਉਦਮੀ ਬਣਦਿਆਂ ਹੋਇਆਂ ਬਾਕਾਇਦਾ ਮੌਸਮ ਦਾ ਮੁਕਾਬਲਾ ਕਰਦਿਆਂ ਹੋਇਆਂ ਗੁਰੂ ਚਰਨਾਂ ਵਿੱਚ ਪਹੁੰਚ ਕੇ ਆਪ ਜੀ ਨੇ ਗੁਰੂ ਸਵਾਰਿਆਂ ਤੋਂ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਅਖੀਰ ਵਿੱਚ ਭਾਈ ਸਾਹਿਬ ਨੇ ਗੂਜਰੀ ਰਾਗ ਵਿੱਚ ਭਗਤ ਜੈਦੇਵ ਜੀ ਦਾ ਇੱਕ ਪਦਾ ਜੋ ਮਹਾ ਮਹਿੰਗਾ ਪਦਾ ਹੈ, ਇਤਨੇ ਸੁੰਦਰ ਢੰਗ ਨਾਲ ਉਹਦਾ ਉਚਾਰਨ ਔਰ ਐਸੇ ਸੁੰਦਰ ਢੰਗ ਦੇ ਨਾਲ ਵਿਸ਼ਰਾਮ ਦੇ ਦੇ ਕੇ ਉਸ ਬੰਦਸ਼ ਨੂੰ ਗਾਇਆ ਵੀ ਬਾ ਕਮਾਲ ਕੰਮ ਕਰ ਦਿੱਤਾ। ਮੈਨੂੰ ਲਗਭਗ ਪੂਰਾ ਸ਼ਬਦ ਦੀ ਸਰਵਣ ਕਰਨ ਦਾ ਅਵਸਰ ਮਿਲਿਆ। ਸਤਿਗੁਰੂ ਦੀ ਬੜੀ ਬਖਸ਼ਿਸ਼ ਹੈ। ਇੱਕ ਵੱਖਰੀ ਗੱਲ ਹੈ ਸਾਧ ਸੰਗਤ, ਮੇਰਾ ਸਮਾਂ ਕਾਫੀ ਲੰਘ ਗਿਆ ਇਸ ਫੀਲਡ 'ਚ। ਸਾਡੀ ਕਮਿਊਨਿਟੀ ਵੀ ਕਨਫਿਊਜ਼ ਹੁੰਦੀ ਹੈ। ਕਿਵੇਂ? ਹੁਣ ਤੁਹਾਨੂੰ ਪਤਾ ਵੀ ਜਿਹੜੇ ਖਾਸ ਸਥਾਨ ਨੇ ਉੱਥੇ ਪਹੁੰਚਣ ਵਾਸਤੇ ਕੌਮ ਵਿੱਚ ਕੋਈ ਮੈਰਿਟ ਸਿਸਟਮ ਨਹੀਂ ਗਾ। ਸਿਸਟਮ ਇਹ ਹੈ ਵੀ ਤੁਹਾਡੀ ਕਿਸ MLA ਨਾਲ ਬਣਦੀ ਹੈ, ਕਿਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨਾਲ ਬਣਦੀ ਹੈ, ਜਾਂ ਫਿਰ ਮੈਨੂੰ ਖਿਮਾ ਕਰ ਦੇਣਾ ਕਰਪਸ਼ਨ ਵੀ ਚੱਲਦੀ ਹੈ। ਕਦੀ ਕਦੀ ਸਾਡੇ ਕੋਲ ਲੋਕਲ ਸਥਾਨਾਂ 'ਤੇ ਵਾਹਿਗੁਰੂ ਹੀਰੇ ਭੇਜਦਾ, ਹੀਰੇ, ਔਰ ਉਹ ਕਈ ਵਾਰਾਂ ਪਰਖ ਨਾ ਹੋਣ ਕਰਕੇ ਰੁਲ ਜਾਂਦੇ ਨੇ। ਇਹ ਨੌਜਵਾਨ, ਮੇਰਾ ਖਿਆਲ ਹੈ ਭਾਈ ਗੁਰਦੀਪ ਸਿੰਘ ਨਾਂ ਹੈ, ਜਗਦੀਪ ਸਿੰਘ ਜੀ, ਬੜੀ ਸੁੰਦਰ ਤਿਆਰੀ ਕਰਕੇ, ਔਰ ਮੈਂ ਹੈਰਾਨ ਹੋ ਗਿਆ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਦੋਂ ਮਹਿੰਗਾ ਕੋਈ ਸ਼ਬਦ ਨਹੀਂ ਗਾ, ਔਰ ਬੜੇ ਬਾਕਮਾਲ ਢੰਗ ਦੇ ਨਾਲ ਉਹ ਗਾ ਕੇ ਗਏ ਨੇ। ਬਾਕਮਾਲ ਉਸ ਦਾ ਉਚਾਰਨ, ਉਸ ਦੇ ਵਿਸ਼ਰਾਮ ਔਰ ਬੰਦਸ਼ ਏਡੇ ਕਮਾਲ ਦੀ ਬਣਾਈ। ਮੈਂ ਅੱਜ ਤੱਕ ਏਡੇ ਸੁੰਦਰ ਢੰਗ ਨਾਲ ਏਡਾ ਮਹਿੰਗਾ ਸ਼ਬਦ ਗਾਉਂਦੇ ਹੋਏ ਸਿੱਖ ਕੌਮ ਦੇ ਕਿਸੇ ਰਾਗੀ ਨੂੰ ਨਹੀਂ ਸੁਣਿਆ। ਬੜਾ ਹੀ ਆਨੰਦਮਈ ਵਾਤਾਵਰਨ ਸੀ। ਇਹ ਗੱਲ ਵੱਖਰੀ ਹੈ ਵੀ ਕੀਰਤਨ ਨਾਲ ਉਹਦੇ ਭਾਵ ਸਪਸ਼ਟ ਨਹੀਂ ਹੁੰਦੇ, ਸ਼ਬਦ ਬਹੁਤ ਮਹਿੰਗਾ ਹੈ, ਪਰ ਗਾਇਨ ਕਰਨ ਦਾ ਜੋ ਤਰੀਕਾ ਸੀ ਉਹ ਮੇਰਾ ਖਿਆਲ ਹੈ ਇਦੋਂ ਪਰਾਂ ਕੁਛ ਨਹੀਂ ਹੋ ਸਕਦਾ। ਭਾਗਾਂ ਵਾਲਿਆਂ ਨੇ ਆਨੰਦ ਲਿਆ। ਸਤਿਗੁਰੂ ਕਿਰਪਾ ਕਰਨ, ਆਉਣ ਵਾਲੇ ਸਮੇਂ 'ਚ ਵੀ ਆਪ ਜੀ ਇਸੇ ਤਰ੍ਹਾਂ ਆਨੰਦ ਮਾਣਦੇ ਰਹੋ। ਮਹਾਰਾਜ ਆਪ ਸਾਰਿਆਂ ਦੀ ਤਿਲ ਫੁੱਲ ਸੇਵਾ ਭੇਟਾ ਦਰ ਪ੍ਰਵਾਨ ਕਰਨ। ਸਭਨਾਂ ਨੂੰ ਦੇ ਰੋਗਤਾ ਦਰੋ ਕਰੋ ਨਾਮਦਾਨ, ਗੁਰਸਿੱਖੀ ਜੀਵਨ ਆਪਣੇ ਚਰਨ ਕਮਲਾਂ ਦੀ ਪ੍ਰੀਤ ਪ੍ਰਤੀਤ ਬਖਸ਼ਿਸ਼ ਕਰਕੇ ਚੜ੍ਹਦੀ ਕਲਾ ਬਖਸ਼ਣ। ਉਪਰੰਤ ਆਪ ਜੀ ਨੇ ਦਾਸ ਪਾਸੋਂ
जो पवित्र शब्द सरवण कीते, अष्टमी, नौवीं, दसवीं, एकादशी, बारस और फिर तेरस ते चौदस, ये जिहड़े पदे ने साध संगत जी, पदा नंबर 10, पदा नंबर 11, पदा नंबर 12, पदा नंबर 13, पदा नंबर 14 और ईवन पदा नंबर 15, ये तमाम जिहड़े पदे ने इन्हां विच इक्को ही विचारधारा है। वो की है, मैं तां सारे इकट्ठे पढ़ दिते ने और सारियां दी अज विचार कर देनी है। उहदी वजह है, इन्हां सारियां सेंट्रल आइडिया इक्को ही है, एक देशताव है। मैं फिर अर्ज कर दियां गल समझण लई, अष्टमी तो शुरू हुंदा है पर पदा नंबर 9 बन जाता है। पदा नंबर 9, पदा नंबर 10, पदा नंबर 11, पदा नंबर 12, पदा नंबर 13, पदा नंबर 14, पदा नंबर 15, इन्हां सारे पदियां च इक्को ही विचार है, एक देशताव है। जे कोई प्राणी फुरनियां ते काबू पा के, जां जिन्नू शेख फरीद साहब कहंदे ने टाकिम कूंजड़ियां, उन्हां कूंजां नू रोक के एक दिशताव है, इक्को दिशा परमात्मा वाले पासे दौड़े, परमात्मा वाले पासे उहदी सोच लग जाए, तो जोनी संकट बहुर ना आवे। उहदा जूना विच आउण दा संकट दुख, एक दुख राम राय काटो मेरा, तो जोनी संकट बहुर ना आवे। जम जम मरे मरे फिर जम्मे, बहुत सजाए पिया देश लम्मे। वो जिहड़ी सजा है ना, वो जिहड़ा पनिशमेंट है, उहदे तो बच जाता है। तो ये सारे पदे 9 नंबर, 10 नंबर, 11, 12, 13, 14, 15 नंबर पदा एक दिशतावे सेंट्रल आइडिया वाल इशारा करते हैं। हुण असीं 9 नंबर पदे तो विचार प्रारंभ करने आ। अष्टमी अष्ट धात की काया, जिहड़ा साडा शरीर है, कबीर साहब कहंदे ने 8 धातां दा बनिया है। वो धातां ये नहीं, हालांकि ये ही ने, पर उत्थे उन्हां दा स्वरूप हो रहे। किते किते इन्हां धातां दा तिन्ना करके जिक्र आउंदा है, चाहुंदा जिवें बिष्टा, अस्त, रकत, परेटे चा। हुण 3 धातां दा जिक्र ते उत्थे भी आ जांदा है। उत्थे बिष्टा धात विच नहीं लैना, अस्त हड्डियां, रकत लहू ते चाम, ये धातां ने। इसे तरह मेधा, इसे तरह होर 4 धातां लिखियां ने। ये जिहड़ा 8 धातां दा शरीर है ना प्यारिओ, अष्टमी अष्ट धात की काया, जिन्हें कुछ शरीर बैठे हो सुर ते जोर दिया जे। ये जिहड़ी 8 धातां दी साडी काया है, कबीर साहब कहंदे ने तां मैं अकुल महानिध राया, एक दिशताव है। इस गल नूं समझे भी इन्हां 8 धातां दे शरीर विच वो परमात्मा वास करदा है। किहड़ा परमात्मा? जिस दी कोई कुल नहीं ते जिहड़ा बहुत महान खजाना है, जिसका कोई चक्कर चेन नहीं, कोई जात पात नहीं, कोई कुल नहीं इत्यादि, निराकार है जिहड़ा। तो एक ते इशारा ये कर दिता और नाल बचन किया, गुरगम ज्ञान बतावे भेद। ये भेद कौन दसदा है? जिस गुरु दा ज्ञान, जिस गुरु दी पहुंच ज्ञान तक है, उस ज्ञान दे माध्यम नाल फिर वो भेद दसदा है कि तां मैं अकुल महानिध आया। इस अष्ट धात की काया विच महान निध खजाना, बहुत वड्डा खजाना रूपी परमात्मा इहदे विच समाया होया है। जां नौ निध अमृत प्रभ का नाम देही मैं इसका विश्राम। जां काहे रे बन खोजन जाई, सर्ब निवासी सदा अलेपा, तो ही संग समाई। धन गुरु तेग बहादुर साहब महाराज 9वें पातशाह। काहे रे बन खोजन जाई, भाई उन्होंने जंगलों में क्यों लभदे हो? सर्ब निवासी, सारियां विच निवास रखण वाला, सदा अलेपा और निवास रखण दे बावजूद अलेप रहण वाला।
तो ही संग समाई, वो तेरे विच ही समाया होया है। महाराज दिसदा क्यों नहीं? हजूर कहन लगे दिसदी ते खुशबू भी नहीं। खुशबू दिसदी नहीं, प्रतिबिंब पकड़ विच नहीं आउंदा। शीशे विच प्रतिबिंब दिसदा है, पकड़ च नहीं आउंदा। खुशबू महसूस हुंदी है ते दिसदी नहीं। पोहप मद ज्यों बास बसत है, मुकर में जैसे शाई। शीशे विच शीशा वेखण वाले दा अक्ष जां कहिए प्रतिबिंब, तैसे ही हर बसै निरंतर, घट ही खोजो पाई। जिवें साडी पृथ्वी साडे ग्लोबल विच ग्रैविटी वसदी है, दिसदी नहीं, काम करदी है, इसे तरह तेरे विच वो वसदा है। घट ही खोजो पाई, हिरदे विच ही उहनूं लभो। बाहर भीतर एको जानो, ये गुर ज्ञान बताई। बाहर भी होए अंदर भी होए, ये गुर ज्ञान बताई। गुरगम ज्ञान बतावे भेद, कहो नानक बिन आपा चीनै, मिटै न भ्रम की काई। पर यह जिहड़ा भ्रम बनिया होया, जिहड़ा भुलेखा बनिया होया भी वाहगुरू जुदा है मैं जुदा हाँ, ये भ्रम तेरा उदों तक नहीं मिटेगा जदों तक तू आपे दी खोज नहीं करेगा, जदों तक तू आत्म मंथन नहीं करेगा, स्वै पड़चोल नहीं करेगा। तो एक दिश धावे, जिहड़ा एक दिश धावे वो फिर तां मैं अकुल महानिद्र आया नूं पछाण लैंदा है, और उल्टा रहे अपंग अछेद, वो देह अध्यास वालों उल्ट जाता है, शरीरक मोह वालों वो परत जाता है। ਉਹਦਾ ਜਿਹੜਾ शरीरक मोह है ਉਹਨੂੰ पलटा के वो परमात्मा के प्यार ਵਿੱਚ रूपांतरित कर ਦਿੰਦਾ है। और ये सिर्फ ਗੱਲਾਂ ਨਾਲ नहीं ਹੁੰਦਾ, और ऐसा भी नहीं भी ये असंभव है। जिन्हां ने बंद बंद कटवा लए, खोपरियां लवा लईਆਂ, चरखड़ियां ते चढ़ गए, आरियां नाल चीरे गए, देगां विच उबल गए, रूह विच सड़ गए, उन्होंने कम से कम शरीरक मोह ते खत्म किया ही सी ना। कोई इतिहासकार नहीं कहता भी सी कीती किसी ने। साडे पुराने कपड़े कोई दरी विछा के साडे सामने जमीन ते बह के कैंची नाल कट्टे ते सानू कोई दर्द हुंदी है? कपड़े जुदा ने, असी जुदा वा। अभ्यास नाल देह अध्यास नूं खत्म करके आहिस्ता आहिस्ता नाम रसीए लोग अवस्था बना लेंदे ने बई वो आत्मा नूं शरीर नालों इंज जुदा कर लेंदे ने जिवें पक्का होया नारियल है। फिर तुसी पक्के नारियल दे उपर चोट करो, छिलका टुट जाएगा, खोपा साबित रहेगा। पर तुसी कच्चे नारियल ते खूब चोट कर दिओ, छिलका भी टुटेगा, विचों कच्चा नारियल भी टुट जाए, क्योंकि कच्चा है। इंसान भी दो तरह के ने, कुछ वो जिहड़े कच्चे ने, कुछ पक्के ने, जिन्हां ने अभ्यास करके ये महसूस कर लिया भी मैं शरीर नहीं। देखो असी इन्हां शरीर दे उत्ते कपड़ियां दा इंतजाम करने आ। उंज जदों असी सभ्यता ने विकास नहीं सी कीता ते साडे कोल कोई कपड़ा नहीं सी, यानी आत्मा दे उत्ते ऑलरेडी परमात्मा ने चमड़े रूपी कपड़ा, शरीर रूपी कपड़ा पा के ही भेजिया। तां ते बाणीकार कहंदे ने भी कपड़ रूप सहावना छड्ड दुनिया अंदर। वो ऐस कपड़े नूं नहीं कहंदे भी छड्ड जाना, वो ऐस कपड़े नूं कहंदे ने, स्किन नूं। विष्टा आस्त्रक्त परेटे चाम, वो कहंदे शरीर छड्ड जाना। आवत संग, जदों आए सां मां दे गर्भ चों उतरे सां, आवत संग, ये शरीर आउण लग्या साडे नाल सी पर ना जात संगाती। जदों आत्मा ने उडारी मारनी है उदों इन्हें भी नाल नहीं जाना। खैर, तो उल्टा रहे, ये अपने आप नूं उल्टा लैंदा है। किहदे विच प्यार पै जांदा है? अपंग अछेद, जेड़े वैगुरू नूं कोई भंग नहीं कर सकदा, जेड़े वैगुरू विच कोई छेद नहीं कर सकदा, जिन्हों कोई अक्षति नहीं पहुँचा सकदा, नुकसान नहीं कर सकदा, वो परमात्मा। उल्टा रहे अपंग अछेद। हुण अगे नौवीं नवें द्वार को साध। जेड़ा व्यक्ति एक दिश धावे वाली अवस्था बना लैंदा है, वो फिर अपने 9 द्वारे साध लैंदा है, 10वां भी प्रगट हो जाता है। और साध संगत ध्यान देना, पूरे दे पूरे साधने पैणगे। 9 प्रगट ने, 10वां गुप्त है, 10 द्वारे ने। 9 ठीक ने, 1 ठीक नहीं, 8 ठीक ने, 2 ठीक नहीं, मंजिल नहीं मिलेगी।
ਕਿਸੇ ਨੂੰ ਫੋਨ ਮਿਲਾਣਾ ਹੈ ਨਾ 9 ਨੰਬਰ ਸਹੀ ਮਿਲ ਜਾਣ, ਇੱਕ ਗਲਤ ਮਿਲ ਜਾਏ ਫੋਨ ਹੋਰ ਕਿਤੇ ਚਲਾ ਜਾਣਾ, ਝਿੜਕਾਂ ਵੀ ਪੈਣੀਆਂ ਨੇ। ਗਲਤ ਮਲਤ ਫੋਨ ਵੀ ਲੋਕੀ ਕਰਦੇ ਨਾ, ਜਿਹੜਾ ਨਹੀਂ ਗਲਤ ਕਰਦਾ ਗਲਤੀ ਨਾਲ ਉਹਦਾ ਲੱਗ ਜਾਏ ਉਹਦੇ ਤੇ ਵੀ ਅਗਲਾ ਡਾਊਟ ਕਰਦਾ, ਭਾਈ ਕਿਉਂ ਫੋਨ ਕੀਤਾ ਸੀ, ਕੌਣ ਹੋ ਜੀ, ਪਰਤ ਕੇ ਫਿਰ ਫੋਨ ਕਿਸੇ ਏਜੰਟ, ਹਾਂਜੀ ਤੁਸੀਂ ਸਾਡੇ ਘਰ ਫੋਨ ਕੀਤਾ, ਉਹ ਭਰਾਵਾ ਟੱਚ ਸਕਰੀਨ ਹੈ, ਗਲਤੀ ਨਾਲ ਕਿਤੇ ਉਂਗਲ ਲੱਗ ਗਈ ਹੋਵੇਗੀ। ਇੱਕ ਨੰਬਰ ਵੀ ਗਲਤ ਲੱਗ ਜਾਏ ਤੇ ਫੋਨ ਹੋਰ ਕਿਤੇ ਚਲਾ ਜਾਂਦਾ ਹੈ। ਇੱਕ ਇੰਦਰਾ ਵੀ ਕਾਬੂ ਤੋਂ ਬਾਹਰ ਰਹਿ ਜਾਏ ਤੇ ਜਿਹੜੀ ਸੁਰਤ ਜੁੜਨੀ ਹੈ ਨਿਰੰਕਾਰ ਨਾਲ ਉਹ ਨਹੀਂ ਜੁੜੇਗੀ। ਸੁਰਤ ਫਿਰ ਨਿਰੰਕਾਰ ਦੀ ਥਾਂ ਵਕਾਰ ਨਾਲ ਜੁੜੇਗੀ। ਇਸ ਲਈ ਨੌਵੀਂ ਨਵੇਂ ਦਵਾਰ ਕੋ ਸਾਧ, ਖੱਟ ਨੇਮ ਕਰ ਕੋਠੜੀ ਬਾਂਧੀ, ਬਸਤ ਅਨੂਪ ਬੀਚ ਪਾਈ, ਕੁੰਜੀ ਕੁਲਫ ਪ੍ਰਾਣ ਕਰ ਰਾਖੇ, ਕਰਤੇ ਬਾਰ ਨਾ ਲਾਈ, ਅਬ ਮਨ ਜਾਗਤ ਰਹੋ ਰੇ ਭਾਈ, ਗਾਫਲ ਹੋਏ ਕੈ ਜਨਮ ਗਵਾਇਓ, ਚੋਰ ਮੁੱਸੇ ਕਰ ਆਈ, ਪੰਚ ਪੈਰੂਆ ਦਰ ਮੈਂ ਰਹਤੇ, ਤਿਨ ਕਾ ਨਹੀਂ ਪਤਿਆਰਾ, ਚੇਤ ਸੁਚੇਤ ਚਿਤ ਹੋਏ ਰੋ, ਤਉ ਲੈ ਪ੍ਰਗਾਸ ਉਜਿਆਰਾ, ਨੌ ਘਰ ਦੇਖ ਜੋ ਕਾਮਣ ਭੁੱਲੀ। ਨੌਵੀਂ ਨਵੇਂ ਦਵਾਰ ਕੋ ਸਾਧ, ਨੌ ਘਰ ਦੇਖ ਜੋ ਕਾਮਣ ਭੁੱਲੀ, ਬਸਤ ਅਨੂਪ ਨਾ ਪਾਈ, ਕਹੇ ਕਬੀਰ ਨਵੇਂ ਘਰ ਮੂਸੈ, ਦਸਵੇਂ ਤਤ ਸਮਾਈ। ਖੱਟ ਨੇਮ 5 ਤਤ ਤੇ 6ਵਾਂ ਮਨ, ਇਹਨਾਂ ਦਾ ਸਰੀਰ ਰੂਪੀ ਕੋਠੀ ਬਣਾ ਦਿੱਤੀ। ਜਿਸ ਤਰ੍ਹਾਂ ਬਾਪੂ ਬੰਗਲਾ ਬਣਾ ਕੇ ਪੁੱਤਰ ਨੂੰ ਗਿਫਟ ਕਰਦਾ ਹੈ, ਸਰਪ੍ਰਾਈਜ਼ ਦਿੰਦਾ ਹੈ, ਤੇ ਗੇਟ ਅੱਗੇ ਖੜਾ ਕਰਕੇ ਚਾਬੀਆਂ ਦਾ ਗੁੱਛਾ ਫੜਾਉਂਦਾ, ਪੁੱਤਰ ਮੇਰੇ ਵੱਲੋਂ ਇਹ ਗਿਫਟ ਹੈ। ਇਸ ਤਰ੍ਹਾਂ ਵਾਹਿਗੁਰੂ ਨੇ 5 ਤੱਤ ਤੇ 6ਵੇਂ ਮਨ ਦਾ ਇਹ ਸਰੀਰ ਰੂਪੀ ਕੋਠੀ ਬਣਾ ਕੇ ਪ੍ਰਾਣਾਂ ਦਾ ਹੀ ਤਾਲਾ ਤੇ ਪ੍ਰਾਣਾਂ ਦੀ ਚਾਬੀ ਬਣਾ ਕੇ ਸਾਨੂੰ ਗਿਫਟ ਕੀਤਾ, ਤੇ ਨਾਲ ਕਹਿਣ ਲੱਗੇ ਇਹਦੇ ਵਿੱਚ ਇੱਕ ਤਿਜੋਰੀ ਹੈ ਜਿਹਦੇ 'ਚ ਧਨ ਹੁੰਦਾ ਹੈ, ਇਸ ਤਿਜੋਰੀ 'ਚ ਨਾਮ ਹੈ, ਧਿਆਨ ਰੱਖੀ ਬਈ ਕੋਈ ਲੁੱਟ ਨਾ ਲਵੇ। ਖੱਟ ਨੇਮ ਕਰ ਕੋਠੜੀ ਬਾਂਧੀ, 5 ਤੱਤ 6ਵਾਂ ਮਨ, ਕਰਤੇ ਬਾਰ ਨਾ ਲਾਈ, ਬਣਾਉਣ ਲੱਗਿਆਂ ਦੇਰ ਵੀ ਨਹੀਂ ਲਾਈ। ਖੱਟ ਨੇਮ ਕਰ ਕੋਠੜੀ ਬਾਂਧੀ, ਬਸਤ ਅਨੂਪ ਬੀਚ ਪਾਈ, ਕੁੰਜੀ ਕੁਲਫ ਪ੍ਰਾਣ ਕਰ ਰਾਖੇ, ਤਾਲਾ ਵੀ ਪ੍ਰਾਣਾਂ ਦਾ, ਚਾਬੀ ਵੀ ਪ੍ਰਾਣਾਂ ਦੀ, ਕਰਤੇ ਬਾਰ ਨਾ ਲਾਈ, ਬਣਾਉਣ ਲੱਗਿਆਂ ਦੇਰ ਵੀ ਨਹੀਂ ਲਾਈ। ਅਬ ਮਨ ਜਾਗਤ ਰਹੋ ਰੇ ਭਾਈ, ਹੁਣ ਭਾਈ ਸਚੇਤ ਰਵੀ, ਐਸਾ ਨਾ ਹੋਵੇ ਗਾਫਲ ਹੋਏ ਕੈ ਜਨਮ ਗਵਾਇਓ, ਚੋਰ ਮੁੱਸੇ ਘਰ ਆਈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇਰੇ ਅੰਦਰੋਂ ਰਾਸ ਪੂੰਜੀ ਲੁੱਟਦੇ ਰਹਿਣ। ਅੰਮ੍ਰਿਤ ਲੂਟੈ ਮਨਮੁਖ ਨਹੀਂ ਬੂਝੈ, ਕੋਈ ਨਾ ਸੁਣੇ ਪੁਕਾਰਾ। ਗਾਫਲ ਹੋਏ ਕੈ ਜਨਮ ਗਵਾਇਓ, ਚੋਰ ਮੁੱਸੇ ਘਰ ਆਈ, ਪੰਚ ਪਹਰੂਆ ਦਰ ਮੈਂ ਰਹਤੇ। ਨਹੀਂ ਬਾਪੂ ਮੈਂ ਤੇ 5 ਪਹਿਰੇਦਾਰ ਲਾਏ ਨੇ, ਕਿਹੜੇ? ਦੋਵੇਂ ਕੰਨ ਇੱਕ 'ਚ ਗਿਣੇ ਜਾਣਗੇ, ਦੋਵੇਂ ਅੱਖਾਂ ਦੂਜੇ 'ਚ ਗਿਣੀਆਂ ਜਾਣਗੀਆਂ। ਪਿਆਰਿਓ ਇਹਨਾਂ ਨੂੰ ਕਰਮ ਇੰਦਰੇ ਵੀ ਕਹਿੰਦੇ ਨੇ, ਗਿਆਨ ਇੰਦਰੇ ਵੀ ਕਹਿੰਦੇ ਨੇ। ਜਦੋਂ ਇਹਨਾਂ ਨੂੰ ਕਰਮ ਇੰਦਰੇ ਕਹਿਣਾ ਨਾ, ਤੇ ਕਰਮ ਕੌਣ ਕਰਦਾ? ਸਾਡੇ ਪੈਰ ਚੱਲਦੇ ਨੇ, ਇਹ ਕਰਮ ਇੰਦਰਾ ਹੈ। ਸਾਡੇ ਹੱਥ ਕੰਮ ਕਰਦੇ ਨੇ, ਇਹ ਵੀ ਕਰਮ ਇੰਦਰਾ ਨੇ। ਸਾਡੀ ਜੀਭ ਬੋਲਦੀ ਹੈ, ਇਹ ਵੀ ਕਰਮ ਇੰਦਰਾ ਹੈ। ਅੱਖਾਂ ਵੇਂਦੀਆਂ ਨੇ ਤੇ ਕੰਨ ਸੁਣਦੇ ਨੇ, ਇਹ 5 ਕਰਮ ਇੰਦਰੇ ਨੇ। ਜਦੋਂ ਗਿਆਨ ਇੰਦਰਿਆਂ ਦੀ ਗੱਲ ਹੁੰਦੀ ਹੈ, ਫਿਰ ਕਈ ਇਸ ਤਰ੍ਹਾਂ ਦੇ ਨੇ ਜਿਹੜੇ 2 in 1 ਨੇ। ਇਹਨਾਂ ਚੋਂ ਕਈ ਇਸ ਤਰ੍ਹਾਂ ਦੇ ਨੇ ਜਿਹੜੇ 2 in 1 ਨੇ। ਉਹ ਕਰਮ ਇੰਦਰੇ ਵੀ ਨੇ, ਉਹ ਗਿਆਨ ਇੰਦਰੇ ਵੀ ਨੇ। ਖੈਰ, ਪੰਚ ਪਹਿਰੂਆ ਦਰ, ਬਾਪੂ ਤੂੰ ਫਿਕਰ ਨਾ ਕਰ, ਮੈਂ 5 ਗਾਰਡ ਰੱਖੇ ਹੋਏ ਨੇ, ਕੰਨ, ਅੱਖ, ਨਾਸਕਾ, ਰਸਨਾ, ਤਵਚਾ। ਬਾਪੂ ਕਹਿਣ ਲੱਗਾ, ਪੁੱਤਰਾ ਤੂੰ ਗਾਰਡ ਹੁਣ ਰੱਖੇ ਨੇ, ਮੈਂ ਤੇ ਬੜੇ ਚਿਰ ਦੇ ਰੱਖੇ ਨੇ, ਨਾ ਇਹਨਾਂ ਨੂੰ ਕੇਅਰ ਕਰੀਏ, ਚੋਰਾਂ ਨਾਲ ਗਾਰਡ ਵੀ ਰਲ ਜਾਂਦੇ ਨਹੀਂ। ਇਹ ਅੱਖਾਂ, ਕੰਨ, ਇਹ ਗਿਆਨ ਇੰਦਰੇ, ਕਰਮ ਇੰਦਰੇ ਵਕਾਰਾਂ ਨਾਲ ਮਿਲੀ ਭੁਗਤ ਕਰ ਲੈਂਦੇ ਨਹੀਂ। ਇਸ ਲਈ ਕਦੀ ਕਦੀ ਸਿਕਿਉਰਿਟੀ ਗਾਰਡ ਵੀ ਬਦਲ ਦੇਣੇ ਚਾਹੀਦੇ ਨੇ, ਇਹਨਾਂ ਨੂੰ ਵੀ ਕੇਅਰ ਕਰਨਾ ਚਾਹੀਦਾ ਹੈ। ਪੰਚ ਪਹਰੂਆ ਦਰ ਮੈਂ ਰਹਤੇ, ਤਿਨ ਕਾ ਨਹੀਂ ਪਤਿਆਰਾ, ਚੇਤ ਸੁਚੇਤ ਚਿਤ ਹੋਏ ਰੋ, ਤਉ ਲੈ ਪ੍ਰਗਾਸ ਉਜਿਆਰਾ। ਧਿਆਨ ਰੱਖ ਪੁੱਤਰਾ, 9 ਘਰ ਦੇਖ ਜੋ ਕਾਮਣ ਭੁੱਲੀ। ਜਿਹੜੀ ਜੀਵ ਇਸਤਰੀ 2 ਕੰਨ, ਹੁਣ 9 ਕਿਵੇਂ ਹੁੰਦੇ ਨੇ? 2 ਕੰਨ, 2 ਅੱਖਾਂ, 2 ਨਾਸਕਾ, 6 5ਵੀਂ ਰਸਨਾ ਜਾਂ ਮੂੰਹ, 7 ਔਰ ਇਸੇ ਤਰ੍ਹਾਂ ਗੁੱਦਾ 8 ਔਰ ਗੁਪਤਾਂਗ 9। 9 ਦੁਆਰੇ ਪ੍ਰਗਟ ਕੀ ਹੈ? 10ਵਾਂ ਗੁਪਤ ਰਖਾ, ਇਸ ਦਾ 9 ਹੋ ਜਾਂਦੇ ਨੇ। ਜੇ 10ਵਾਂ ਐਡ ਕਰ ਲਈਏ ਫਿਰ 10 ਹੋ ਜਾਂਦੇ ਨੇ।
ਨੌ ਘਰ ਦੇਖ ਜੋ ਕਾਮਣ ਭੁੱਲੀ। ਇਹ ਭੁੱਲਣਾ ਕੀ ਹੈ? ਅੱਖਾਂ ਪਰਾਇਆ ਰੂਪ ਹੀ ਤੱਕਦੀਆਂ ਰਹਿਣ ਮੈਲ ਨਾਲ, ਇਹ ਭੁੱਲ ਗਈਆਂ। ਕੰਨ ਨਿੰਦਾ ਹੀ ਸੁਣਦੇ ਰਹਿਣ, ਮੂੰਹ ਨਿੰਦਾ ਹੀ ਕਰ, ਹੱਥ ਚੋਰੀ ਹੀ ਕਰਦੇ ਰਹਿਣ, ਪੈਰ ਕੁਸੰਗਤ ਵਿੱਚ ਹੀ, ਸਾਰੇ ਘਰ ਹੀ ਭੁੱਲ ਗਏ। ਇਹਨੂੰ ਸੌਖੇ ਢੰਗ ਨਾਲ ਸਮਝਣ ਲਈ ਮੈਂ ਅਰਜ਼ ਕਰਨਾ ਹੁੰਨਾ। ਨੌ ਕਰ ਦੇਖ ਜੋ ਕਾਮਣ ਭੁੱਲੀ, ਬਸਤ ਅਨੂਪ ਨਾ ਪਾਈ। ਜਿਹੜੀ ਅੰਦਰ ਤਜ਼ੋਰੀ ਹੈ ਨਾ, ਉੱਥੋਂ ਤੱਕ ਪਹੁੰਚ ਨਹੀਂ ਹੁੰਦੀ, ਜਿਹੜੀ ਇਹਨਾਂ 9 ਦੁਆਰਿਆਂ 'ਚ ਉਲਝ ਜਾਏ। ਬਾਪੂ ਨੇ ਬੰਗਲਾ ਬਣਾ ਦਿੱਤਾ, ਚਾਬੀਆਂ ਦੇ ਦਿੱਤੀਆਂ, ਪਹਿਰੇਦਾਰ ਰੱਖ ਲਏ। ਫੋਨ ਕਰਕੇ ਕਹਿਣ ਲੱਗਾ, ਬਾਪੂ ਉਹ ਟੈਂਕੀ ਤੇ ਭਰਿੰਦੀ ਕੋ ਨਹੀਂ, ਮੈਂ ਕਦੇ ਦਾ ਪੰਪ ਚਲਾਇਆ। ਉਹ ਕਹਿਣ ਲੱਗਾ, ਠਹਿਰ ਮੈਂ ਆ ਕੇ ਦੇਖਣਾ। ਉਹਨੇ ਆ ਕੇ ਦੇਖਿਆ, ਸਾਧ ਸੰਗਤ 4 ਟੂਟੀਆਂ ਕਿਚਨ 'ਚ, 2 ਟੂਟੀਆਂ ਇੱਕ ਵਾਸ਼ਰੂਮ 'ਚ, 2 ਇੱਕ 'ਚ, ਇੱਕ ਥਾਂ ਤੇ 9 ਟੂਟੀਆਂ ਖੁੱਲੀਆਂ ਆਈਆਂ, ਪੰਪ ਚੱਲ ਰਿਹਾ। ਬਾਪੂ ਕਹਿਣ ਲੱਗਾ, ਟੈਂਕੀ ਕਿਵੇਂ ਓਵਰਫਲੋ ਕਰੇ? ਉਹਨਾਂ ਪਾਣੀ ਤੇ ਥੱਲਿਓਂ ਪੰਪ ਕੱਢਦਾ ਨਹੀਂ ਜਿੰਨਾ 9 ਟੂਟੀਆਂ 'ਚੋਂ ਨਿਕਲ ਜਾਂਦਾ। ਬਾਪੂ ਫਿਰ ਕੀ ਕਰਾਂ? ਉਹ ਕਹਿਣ ਲੱਗਾ, 9 ਟੂਟੀਆਂ ਘੁੱਟ ਕੇ ਬੰਦ ਕਰ ਦੇ। 9 ਟੂਟੀਆਂ ਘੁੱਟ ਕੇ ਬੰਦ ਕਰੀਏ ਤੇ ਟੈਂਕੀ ਫੁੱਲ ਹੁੰਦੀ। ਆਹ ਟੈਂਕੀ ਹੈ। ਇੱਥੇ ਪਾਣੀ ਤਾਂ ਚੜ੍ਹਨਾ ਹੈ ਜਦੋਂ ਬਾਕੀ ਦੁਆਰੇ ਬੰਦ ਕਰਾਂਗੇ ਤੇ ਕਵਾਂਗੇ, ਸੰਤੋ ਮਨ ਪਵਨੈ ਸੁਖ ਬਣਿਆ, ਕਿਛ ਜੋਗ ਪ੍ਰਾਪਤ ਗਣਿਆ, ਗੁਰ ਦਿਖਲਾਈ ਮੋਰੀ, ਜਿਤ ਮਿਰਗ ਪੜਤਾ ਹੈ ਚੋਰੀ, ਮੂੰਦ ਲਈਏ ਦਰਵਾਜੇ। ਗੁਰੂ ਨੇ ਮੈਨੂੰ ਮੇਰੀ ਕਮਜ਼ੋਰੀ ਦੱਸੀ, ਮਿੱਤਰਾ ਇੱਥੋਂ ਲੁੱਟਿਆ ਜਾਂਦਾ। ਕੰਨਾਂ ਨਾਲ ਨਿੰਦਾ ਸੁਣਨਾ, ਉਦੋਂ ਲੁੱਟਿਆ ਜਾਂਦਾ। ਅੱਖਾਂ ਨਾਲ ਪਰਾਏ ਰੂਪ ਨੂੰ ਮੈਲ ਨਾਲ ਤੱਕਣਾ, ਉਦੋਂ ਲੁੱਟਿਆ ਜਾਂਦਾ। ਜੀਭ ਨਾਲ ਜਦੋਂ ਨਿੰਦਾ ਕਰਨਾ, ਉਦੋਂ। ਇਸੇ ਤਰ੍ਹਾਂ ਬਾਕੀ ਗਿਆਨ ਇੰਦਰੀਆਂ ਦੀ ਜਦੋਂ ਤੂੰ ਦੁਰਵਰਤੋਂ ਕਰਨਾ, ਉਦੋਂ ਤੂੰ ਲੁੱਟੇ। ਮਹਾਰਾਜ ਮੈਂ ਕੀ ਕਰਾਂ? ਕਹਿਣ ਲੱਗੇ, ਸਾਰੇ ਕੰਮ ਬੰਦ ਕਰ ਦੇ, ਦਰਵਾਜ਼ੇ ਬੰਦ ਕਰ ਦੇ। ਮੂੰਦ ਲਈਏ ਦਰਵਾਜ਼ੇ, ਬਾਜੀ ਵਾਲੇ ਅਨਹਦ ਬਾਜੇ, ਅਨਹਦ ਨਾਦ, ਜਿਹੜਾ ਬਿਨਾਂ ਵਜਾਏ। ਸਾਧ ਸੰਗਤ ਜਿੰਨੇ ਵੀ ਸੰਗੀਤ ਨੇ ਨਾ, ਉਹ ਸੰਘਰਸ਼ ਚੋਂ ਪੈਦਾ ਹੁੰਦੇ ਨੇ। ਜਿਵੇਂ ਚਿਮਟਾ ਹੈ, ਟੱਲੀਆਂ ਨੇ, ਖੜਤਾਲ ਹੈ, ਰਬਾਬ ਹੈ, ਸਤਾਰ ਹੈ, ਹਾਰਮੋਨੀਅਮ ਹੈ, ਤਬਲਾ ਹੈ, ਢੋਲਕੀ ਹੈ। ਟਕਰਾਅ ਵਿੱਚੋਂ ਆਵਾਜ਼ ਆਉਂਦੀ ਹੈ। ਹਾਰਮੋਨੀਅਮ ਦਾ ਪੱਖਾ ਮਾਰਿਆ ਜਾਂਦਾ, ਵਿੱਚ ਹਵਾ ਭਰ ਜਾਂਦੀ ਹੈ, ਫਿਰ ਸੁਰ ਜਿਹੜੀ ਹੈ ਦੱਬਣੇ ਆ, ਉਹ ਆਵਾਜ਼ ਨਿਕਲਦੀ ਹੈ। ਉਹ ਟਕਰਾਅ ਵਿੱਚੋਂ, ਸੰਘਰਸ਼ ਵਿੱਚੋਂ ਆਵਾਜ਼ ਆਉਂਦੀ। ਪਰ ਇੱਕ ਸੰਗੀਤ ਦਾ ਸਿੱਖੀਜ਼ਮ ਨੇ ਜ਼ਿਕਰ ਕੀਤਾ ਹੈ ਜਿਹੜਾ ਟਕਰਾਅ ਚੋਂ ਨਹੀਂ ਪੈਦਾ ਹੁੰਦਾ। ਅਨਹਦ ਨਾਦ, ਅਨਹਦ, ਜਿਹਦਾ ਕੋਈ ਵੱਜ ਨਹੀਂ ਰਿਹਾ, ਖੜਾਕ ਨਹੀਂ ਹੋ ਰਿਹਾ, ਫਿਰ ਵੀ ਅੰਦਰੋਂ ਵੱਜ ਰਿਹਾ, ਬਿਨਾਂ ਵਜਾਇਆ, ਜਿਹੜਾ ਇੱਕ ਰਸ ਵੱਜੇ, ਉਹ ਅਨਹਦ ਨਾਦ ਹੈ। 9 ਘਰ ਦੇਖ ਜੋ ਕਾਮਣ ਭੁੱਲੀ, ਮੂੰਦ ਲਈਏ ਦਰਵਾਜੇ, ਬਾਜੀ ਵਾਲੇ ਅਨਹਦ ਬਾਜੇ, ਬਸਤ ਅਨੂਪ ਨਾ ਪਾਈ, ਕਉ ਕਬੀਰ ਨਵੇਂ ਘਰ ਮੂਸੈ, 10ਵੇਂ ਤੱਤ ਸਮਾਈ। ਜਿਨੇ 9 ਘਰ ਕਾਬੂ ਚ ਕਰ ਲੈ, ਉਹ ਫਿਰ 10ਵੇਂ ਤੱਤ ਵਿੱਚ ਪਹੁੰਚ ਜਾਂਦਾ ਹੈ, ਜੁੜੇ ਰਿਹਾ ਜੇ। ਇਸ ਲਈ 9ਵੀਂ ਨਵੇਂ ਦੁਆਰ ਕੋ ਸਾਧ। ਸਾਡੇ ਇੱਥੇ ਜਾਂ ਤੇ ਰਾਮਨੌਮੀ ਬਹੁਤ ਮਨਾਈ ਜਾਂਦੀ ਹੈ, ਪਿੱਛੇ ਪੰਚਮੀ ਦਾ ਜ਼ਿਕਰ ਆਇਆ, ਬਸੰਤ ਪੰਚਮੀ ਦਾ ਬੜਾ ਰਿਵਾਜ ਹੈ। ਹੁਣ ਬਸੰਤ ਪੰਚਮੀ ਨੂੰ ਜਾ ਕੇ ਲੋਕੀ ਕਰਦੇ ਕੀ ਨੇ? ਉੱਥੇ ਸਰੋਵਰ ਹੁੰਦਾ, ਉਹਦੇ 'ਚ ਨਹਾ ਲੈਂਦੇ ਨੇ, ਇਸ਼ਨਾਨ ਸ਼ਨੂਨ ਕਰਕੇ ਅੰਦਰ ਮੱਥਾ ਟੇਕਿਆ, 10 ਰੁਪਏ ਗੋਲਕ 'ਚ ਪਾਏ, ਉਤੋਂ ਦੀ ਗੇੜਾ ਦੇ ਕੇ ਰਾਗੀ ਢਾਡੀ ਜਿਹੜਾ ਬੈਠਾ ਹੈ ਉਹਨੂੰ 10 ਰੁਪਏ ਦਿੱਤੇ, ਇੱਕ ਦੂਜੇ ਨਾਲ ਅੱਖ ਮਿਲਾਈ, ਲੰਗਰ ਛਕੀਏ, ਚਲੋ ਲੰਗਰ ਚਲੇ ਗਏ। ਉੱਥੇ ਬਹਿ ਗਏ, ਉੱਥੇ ਖਲੋ ਗਏ, ਕਰ ਕਰਾ ਕੇ ਸ਼ਾਮ ਨੂੰ ਘਰ ਆ ਗਏ। ਕਿੱਥੇ ਗਏ ਸੋ ਜੀ? ਬਸੰਤ ਪੰਚਮੀ ਦੇ ਮੱਥਾ ਟੇਕਣ ਗਏ ਹਾਂ ਜੀ ਪਟਿਆਲੇ। ਕੀ ਸਿੱਖ ਕੇ ਆਇਓ ਜੀ? ਪੰਚਮੀ ਬਾਰੇ ਗੁਰਮਤ ਨੇ ਵੀ ਕੁਝ ਲਿਖਿਆ ਨਾ, ਵੀ ਪੰਚਮੀ ਨੂੰ ਇੱਥੇ ਲਿਖਿਆ ਵੀ ਸਰੋਵਰ 'ਚ ਇਸ਼ਨਾਨ ਕਰਨਾ, ਐਦਾਂ ਕਰਕੇ ਐਦਾਂ ਕਰਨਾ, ਪਰਿਕਰਮਾ ਕਰਕੇ ਫਿਰ ਭੱਜ ਜਾਣਾ। ਗੁਰੂ ਗ੍ਰੰਥ ਸਾਹਿਬ ਨੂੰ ਪੁੱਛੀਏ ਵੀ ਪੰਚਮੀ ਨੂੰ ਕੀ ਕਰਨਾ। ਆਹ ਦੱਸ ਕੇ ਹਟੇ ਨਾ ਮਹਾਰਾਜ ਕੱਲ ਪਰਸੋਂ ਹੀ, ਪਾਂਚੈ ਪੰਚ ਤਤ ਵਿਸਥਾਰ, ਕਨਕ ਕਾਮਣੀ ਜੁਗ ਵਿਵਹਾਰ, ਪ੍ਰੇਮ ਸੁਧਾ ਰਸ ਪੀਵੇ ਕੋਈ। ਪੰਚਮੀ ਨੂੰ ਪ੍ਰੇਮ ਰਸ ਪੀਵਿਆ ਕਰ। 9ਵੀਂ ਰਾਮਨੌਮੀ ਨੂੰ ਕੀ ਕਰ? ਨਵੇਂ ਦੁਆਰ ਕੋ ਸਾਧ, ਆਪਣੇ ਸਾਰੇ 9 ਦਰਵਾਜ਼ੇ ਕਾਬੂ ਵਿੱਚ ਕਰ ਲੈ। ਬਹਿਤੀ ਮਨਸਾ ਰਾਖੋ ਬਾਂਧ, ਇਹ ਜਿਹੜੇ ਫੁਰਨੇ ਤੇਰੇ ਵਗਦੇ ਰਹਿੰਦੇ ਨੇ ਨਾ, ਬਹਿੰਦੇ ਰਹਿੰਦੇ ਨੇ। ਬਹਿਤੀ ਮੈਨੇ ਰਵਾਨਗੀ, ਜਿਵੇਂ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਤਾਰਤ। ਨਦੀ ਜਿਹੜਾ ਬਹਿਣਾ ਸ਼ਬਦ ਹੈ ਹਿੰਦੀ ਦਾ, ਅਸੀਂ ਉਹਨੂੰ ਪੰਜਾਬੀ 'ਚ ਵਗਣਾ ਕਹਿੰਦੇ ਹਾਂ। ਦਰਿਆ ਵਗ ਰਿਹਾ ਹੈ, ਨਦੀ ਵਗ ਰਹੀ ਹੈ। ਤੋ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਤਾਰਤ। ਜਿਸ ਤਰ੍ਹਾਂ ਅਸੀਂ ਸਾਡੇ ਆ ਗਵਾਂਢ ਨਹਿਰ ਏ, ਉਹਦੇ ਕੰਢੇ ਤੇ ਖੜੇ ਹੋ ਜਾਈਏ ਤੇ ਸਾਨੂੰ ਲੱਗਦਾ ਹੈ ਵੀ ਕੁਛ ਨਹੀਂ ਬਦਲ ਰਿਹਾ।
ਅੱਧਾ ਘੰਟਾ ਘੰਟਾ ਖੜੇ ਰਹੀਏ, ਲੱਗਦਾ ਬਿਲਕੁਲ ਸਮਾਜ ਹੋਈ ਹੈ। ਪਰ ਅੱਖਾਂ ਵਾਲੇ ਕਹਿੰਦੇ ਨਹੀਂ, ਜਿਹੜੀ ਨਹਿਰ ਦੇ ਕਿਨਾਰੇ ਤੁਸੀਂ ਅੱਧਾ ਘੰਟਾ ਘੰਟਾ ਪਹਿਲੋਂ ਆ ਕੇ ਖੜੇ ਹੋਏ ਸੋ, ਉਹ ਨਹਿਰ ਤੇ ਫਿਰੋਜ਼ਪੁਰ ਰੋਡ ਵੀ ਕ੍ਰਾਸ ਕਰ ਗਈ ਹੈ, ਉਹ ਤੇ ਈਸੇਵਾਲ ਤੱਕ ਪਹੁੰਚ ਗਈ ਹੈ। ਕਿਉਂਕਿ ਉਨੀ ਹੀ ਮਿਕਦਾਰ ਵਿੱਚੋਂ ਪਿੱਛੋਂ ਪਾਣੀ ਉਸੇ ਤਰ੍ਹਾਂ ਦਾ ਆ ਰਿਹਾ, ਸਾਨੂੰ ਲੱਗਦਾ ਕੁਝ ਬਦਲ ਨਹੀਂ ਰਿਹਾ। ਹੁਣ ਨਹਿਰ ਦੇ ਪਾਣੀ ਦਾ ਅੱਗੇ ਜਾਣ ਨਾਲ ਨਾ ਜਾਣ ਨਾਲ ਗੁਰਮਤ ਦਾ ਕੀ ਫਲਸਫਾ ਹੈ? ਇਹ ਫਲਸਫਾ ਹੈ ਜਿਵੇਂ ਉਹ ਪਾਣੀ ਜਾ ਰਿਹਾ ਹੈ, ਰਵਾਨਗੀ ਕਰ ਰਿਹਾ ਹੈ, ਪਤਾ ਨਹੀਂ ਲੱਗਦਾ, ਇਸ ਤਰ੍ਹਾਂ ਤੇਰੇ ਸਵਾਸਾਂ ਦਾ ਕਾਰਵਾਂ ਲਗਾਤਾਰ ਸਫ਼ਰ ਕਰ ਰਿਹਾ ਹੈ, ਮਾਈਨਸ ਹੋ ਰਿਹਾ ਹੈ, ਮਨਫੀ ਹੋ ਰਿਹਾ ਹੈ, ਘਟ ਰਿਹਾ ਹੈ। ਪਰ ਤੈਨੂੰ ਇੰਜ ਪਤਾ ਨਹੀਂ ਲੱਗਦਾ ਜਿਵੇਂ ਨਹਿਰ ਦੇ ਕਿਨਾਰੇ ਖੜੇ ਹੋ ਕੇ ਪਤਾ ਹੀ ਨਹੀਂ ਲੱਗਦਾ ਵੀ ਨਹਿਰ ਅੱਗੇ ਚਲੀ ਗਈ ਹੈ, ਪਤਾ ਨਹੀਂ ਲੱਗਦਾ, ਕਾਰਵਾਂ ਘਟ ਰਿਹਾ ਹੈ। ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਤਾਰਤ, ਮਿਥਿਆ ਮੋਹ ਬੰਧੈ ਨਿਤ, ਝੂਠੇ ਬੰਨ ਨੂੰ ਬੰਨਦੇ ਰਹਿੰਦੇ ਆ। ਬਹਿਤੀ ਮਨਸਾ, ਮਨ ਦੇ ਫੁਰਨੇ ਜਿਹੜੇ ਵਗਦੇ ਨੇ, ਬਹਿੰਦੇ ਨੇ, ਇੱਧਰ ਉੱਧਰ ਜਾਂਦੇ ਨੇ, ਰਾਖੋ ਬਾਂਧ, ਫੁਰਨਿਆਂ ਨੂੰ ਵੀ ਕਾਬੂ ਕਰੋ। ਕੱਲ ਮੈਂ ਫੁਰਨਿਆਂ ਦੇ ਸੰਬੰਧ 'ਚ ਇੱਕ ਬਚਨ, ਇੱਕ ਸ਼ਬਦ, ਗਗਨ ਨਗਰ ਇੱਕ ਬੂੰਦ ਨਾ ਬਰਖੈ ਨਾਦ ਕਹਾਂ ਜੋ ਸਮਾਨਾ, ਪਾਰ ਬ੍ਰਹਮ ਪਰਮੇਸ਼ਰ ਮਾਧੋ, परमहंस ले सिधाना, बाबा बोलते ते कहाँ गए देही के संग रहते, सुरत में जो नृत्य करते कथा वार्ता कहते, बजावन आरो कहाँ गए जिन्हें मंदिर कीना, साखी शब्द सुरत ने उपजे खिंचते सब लीना, सरवनन विकल्प है संग तेरे, इंद्री का बल थाका, चरण रह कर टर्क परे, मुखों न निकसे बाता, थाके पंच दूत सब तस्कर आप अपने प्रमते, थाका मन कुंचर और थाका तेज सूत तर रमते, मृतक पै दस है बंद छूटे, मित्र भाई सब छोरे, कहत कबीरा जो हर ते आवे, जीवत बंधन तोरे। ये फुरनियां दे संबंध च सी सारा शब्द, मन दे फुरनियां ते किवें काबू पै गया। बहती मनसा राखो बांध, ये जेड़े मन दे फुरने ने, मनशावां ने इधर उधर दौड़दी, इन्हां नूं काबू विच करो। लोभ मोह सब विसर जाओ, ਲੋਭ ਨੂੰ ਭੁਲਾ ਦਿਓ, ਮੋਹ ਨੂੰ ਵੀ ਵਿਸਾਰ ਦਿਓ। ਸਾਡੇ ਬਾਪੂ ਨੇ ਨਾ ਸਾਨੂੰ ਇਹ ਗੱਲਾਂ ਇੰਪਲੀਮੈਂਟ ਕਰਕੇ ਉਪਦੇਸ਼ ਦਿੱਤਾ ਹੈ। ਮੋਹ ਕਿਹਦੇ ਨਾਲ ਹੁੰਦਾ? ਆਪਣੇ ਸਰੀਰ ਨਾਲ ਹੁੰਦਾ ਹੈ। ਮੋਹ ਕਿਹਦੇ ਨਾਲ ਹੁੰਦਾ? ਆਪਣੇ ਪਰਿਵਾਰ ਨਾਲ ਹੁੰਦਾ ਹੈ। ਮੋਹ ਕਿਹਦੇ ਨਾਲ ਹੁੰਦਾ? ਆਪਣੀ ਪ੍ਰੋਪਰਟੀ ਨਾਲ ਹੁੰਦਾ। ਕੋਈ ਇੱਕ 10 ਬਾਈ 10 ਦੇ ਕਮਰੇ ਤੇ ਕਬਜ਼ਾ ਕਰ ਲਿਆ, ਅਸੀਂ ਕੋਰਟ ਪਹੁੰਚ ਜਾਂਦੇ ਹਾਂ ਜੀ, ਇਹਨੂੰ ਕਹੋ ਸਬੂਤ ਲਿਆਵੇ ਤੇ ਮੇਰਾ, ਮੈਂ ਇੱਥੇ ਨਹੀਂ ਸਾਂ, ਤਾਲਾ ਤੋੜ ਕੇ ਵਿੱਚ ਵੜ ਗਿਆ। ਪਰ ਸਾਡੇ ਬਾਪੂ, ਨਰਮੋਈ ਬਾਪੂ ਨੇ ਕਿਲੇ ਛੱਡੇ, ਮੁੱਲ ਖਰੀਦਿਆ ਹੋਇਆ ਮਾਖੋਵਾਲ ਪਿੰਡ ਛੱਡਿਆ, ਔਰ ਪੁੱਤਰ ਮਰਵਾਏ ਮੈਦਾਨੇ ਜੰਗ 'ਚ, ਔਰ ਸਿਰਫ ਸ਼ਹੀਦ ਨਹੀਂ ਕਰਵਾਏ, ਜਦੋਂ ਘੋੜਿਆਂ ਦੀਆਂ ਕਾਠੀਆਂ ਤੋਂ ਪੁਆਂਟਲੀਆਂ ਖਾ ਖਾ ਕੇ ਡਿੱਗੇ ਨਾ, ਇਸ ਨਰਮੋਈ ਬਾਪ ਨੇ ਜਕਾਰੇ ਛੱਡੇ, ਜਕਾਰੇ ਛੱਡੇ ਇਸ ਨਰਮੋਈ ਬਾਪ ਨੇ। ਆ ਸਾਰਾ ਅਗਲਾ ਪੀਰੀਅਡ ਇਹੀ ਚੱਲਣਾ। ਲੋਭ ਮੋਹ ਸਭ ਵਿਸਰ, ਆਪਣੇ ਫਰਜ਼ ਅਤਾ ਕਰੋ, ਬੱਚਿਆਂ ਦੀ ਪਰਵਰਿਸ਼ ਕਰੋ, ਬੱਚਿਆਂ ਦੀ ਐਜੂਕੇਸ਼ਨ ਜਿੰਨਾ ਅਸੀਂ ਵੱਧ ਤੋਂ ਵੱਧ ਕੁਆਲਿਟੀ ਐਜੂਕੇਸ਼ਨ ਦਵਾ ਸਕਨੇ ਆ, ਉਹਦੇ 'ਚ ਸੰਕੋਚ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹੀ ਇੱਕ ਚੀਜ਼ ਹੈ ਜਿਹੜੀ ਕੋਈ ਖੋ ਨਹੀਂ ਸਕਦਾ। ਬੇਟਾ ਇੱਦਾਂ ਨਾ ਕਰੀ, ਸਾਡੇ ਤੋਂ ਬਾਅਦ ਇੱਦਾਂ ਕਰੀ, ਉੱਦਾਂ ਕਰੀ, ਹੋ ਸਕਦਾ ਉਹਦੀ ਲਾਪਰਵਾਹੀ ਕਰਕੇ ਬਿਲਕੁਲ ਨੰਗ ਮਲੰਗ ਹੋ ਜਾਏ, ਲੋਕੀ ਸਾਰਾ ਕੁਝ ਉਹਦੇ ਕੋਲੋਂ ਚੀਟਿੰਗ ਕਰਕੇ ਲੈ ਲੈਣ, ਪਰ ਇੱਕ ਚੀਜ਼ ਐਸੀ ਹੈ ਜਿਹੜੀ ਉਹਨਾਂ ਨੂੰ ਦੇ ਜੋ, ਜਿਹੜੀ ਕੋਈ ਨਹੀਂ ਖੋ ਸਕਦਾ, ਉਹ ਐਜੂਕੇਸ਼ਨ ਹੈ, ਉਹ ਵਿੱਦਿਆ। ਉਹ ਜਿੱਥੇ ਜਾਣਗੇ ਉਹਨਾਂ ਦੇ ਨਾਲ ਹੈ, ਔਰ ਜਿਹਦੇ ਕੋਲ ਕੋਈ ਸਕਿੱਲ ਹੈ ਉਹ ਗਲੋਬਲ ਦੇ ਕਿਸੇ ਵੀ ਕੋਨੇ ਤੇ ਚਲਾ ਜਾਏ, 8-7 ਘੰਟੇ ਹੱਡ ਤੱਤੇ ਕਰ ਲੈ, ਰਿਜ਼ਕ ਦੀ ਕੋਈ ਕਮੀ ਨਹੀਂ ਗੀ, ਇੱਥੇ ਵੀ ਕੋਈ ਕਮੀ ਨਹੀਂ। ਅਸੀਂ ਕਹਿੰਦੇ ਜ਼ਰੂਰ ਹਾਂ ਵੀ ਬੇਰੋਜ਼ਗਾਰੀ ਹੈ ਜੀ, ਧਨ ਥੋੜਾ, ਆ ਤੁਸੀਂ ਬ੍ਰੇਕ ਮਾਰ ਲਓ ਲੇਬਰ ਚੌਂਕ ਦੇ ਵਿੱਚ, 8-9 ਜਣੇ ਭੱਜ ਕੇ ਤੁਹਾਡੀ ਕਾਰ ਕੋਲ ਆ ਜਾਣਗੇ, ਹਾਂ ਵੀ ਚਲੋਗੇ, ਹਾਂਜੀ ਚलेंगे ਬਾਊ ਜੀ, 600 रुपया लागेगा, 500 लेनी, नहीं बाबू जी 500 नहीं लेंगे, 600 दोगे तो बोलो 5 बजे छुट्टी कर दूंगा, 4:45 बजे हथ मूँह धोन लग पेंदे। 600 रुपये का मतलब है 18,000 रुपया महीने का। स्टार्टिंग पेमेंट गौरमेंट नहीं देंदी, इंजीनियरिंग करके बच्चे 8-8 हज़ार के उत्ते नौकरियां करते पे। ये भी मैं तुहाडे चरना चर्ज कर दिया। 273 रुपये सेंट्रल गौरमेंट वालों नीयत है लेबर जिहड़ी है, जे तुसी 273 तो घट देंदे हो तो लेबर कोर्ट च जा सकदा, अदरवाइज नहीं जा सकदा। हवाई गल्लां नहीं मैं करदा, जो सिस्टमैटिकली गल है। खैर गुरु कृपा करे, एजुकेशन ही सब तो वड्डी दात है। लोभ छड्ड दिओ, मोह छड्ड दिओ,
ਇਹਨੂੰ ਭੁਲਾ ਦਿਓ, ਲੋਭ ਮੋਹ ਸਭ ਵਿਸਰ ਜਾਓ। ਮਾਰੇ ਫਿਰ ਕੀ ਹੋਵੇਗਾ? ਹਜ਼ੂਰ ਕਹਿਣ ਲੱਗੇ ਜੁਗ ਜੁਗ ਜੀਵੋ ਅਮਰ ਫਲ ਖਾਓ। ਅਮਰ, ਇੱਥੇ ਅਮਰ ਦੇ ਅਰਥ ਨੇ ਆ ਪਲੱਸ ਮਰ, ਜਿਹੜਾ ਮਰੇ ਨਾ, ਉਹ ਫਲ ਜਿਹੜਾ ਸਦੀਵੀ ਪ੍ਰਾਪਤ ਹੋਵੇਗਾ, ਆਤਮਕ ਆਨੰਦ। ਔਰ ਜੁਗਾਂ ਜੁਗਾਂਤਰਾਂ ਤੱਕ ਰਹਿੰਦੀ ਦੁਨੀਆ ਤੱਕ ਆਤਮਾ ਨੂੰ ਉਹ ਆਤਮਕ ਆਨੰਦ ਦੇਗਾ। ਦਸਵੀਂ ਦਸ ਦਿਸ ਹੋਏ ਆਨੰਦ, ਆਈਡੀਆ ਇੱਕੋ ਹੀ ਹੈ ਸਾਰੇ ਪਦਿਆਂ 'ਚ, ਏਕ ਦਿਸ਼ਤਾਵੇ, ਫੁਰਨਿਆਂ ਨੂੰ ਰੋਕ ਕੇ, ਵਕਾਰਾਂ ਵੱਲੋਂ ਰੋਕ ਕੇ ਇੱਕ ਪਰਮਾਤਮਾ ਵਾਲੇ ਦੇ ਪਾਸੇ ਜਿਹੜਾ ਧਾਵੇ, ਉਹ ਕੀ ਕਰੇਗਾ? 10 ਦਿਸ ਹੋਏ ਆਨੰਦ, ਪੂਰਬ ਪੱਛਮ ਉੱਤਰ ਦੱਖਣ ਚਾਰ, ਚਾਰ ਕੋਨੇ 8, ਆਕਾਸ਼ ਪਤਾਲ ਪਲੱਸ 2 ਬਰਾਬਰ 10, 10 ਦਿਸ਼ਾਵਾਂ ਵਿੱਚ ਉਹਦੇ ਲਈ ਫਿਰ ਆਨੰਦ ਹੀ ਆਨੰਦ ਹੈ। ਉਹ ਕਿਤੇ ਵੀ ਜਾਏ ਆਨੰਦ ਹੈ। ਦਸਵੀਂ 10 ਦਿਸ ਹੋਏ ਆਨੰਦ, ਛੂਟੈ ਭਰਮ ਮਿਲੈ ਗੋਬਿੰਦ, ਉਹਦੇ ਭਰਮ ਛੁੱਟ ਜਾਂਦੇ ਨੇ। ਗੋਬਿੰਦ ਵਾਹਿਗੁਰੂ ਜੀ ਦੀ ਉਹਨੂੰ ਪ੍ਰਾਪਤੀ ਹੋ ਜਾਂਦੀ ਹੈ। ਜੋਤ ਸਰੂਪੀ ਤਤ ਅਨੂਪ, ਉਹਨੂੰ ਜਿਹੜਾ ਜੋਤ ਰੂਪ ਪ੍ਰਮਾਤਮਾ ਹੈ, ਜਿਹੜਾ ਅਨੂਪਮ ਹੈ, ਜਿਹੜਾ ਸਾਰਾ ਤਤ ਸਾਰ ਹੈ, ਜਿਹੜਾ ਪ੍ਰਮਾਤਮਾ ਜਿਹਨੂੰ ਮੈਲ ਨਹੀਂ ਲੱਗਦੀ, ਅਮਲ ਨਾ ਮਲ ਨਾ ਛਾ ਨਹੀਂ ਧੂਪ। ਛਾ ਤੇ ਧੂਪ, ਛਾ ਮੈਨੇ ਛਾਂ, ਧੂਪ ਮੈਨੇ ਧੁੱਪ। ਧੁੱਪ ਕਦੋਂ ਹੁੰਦੀ ਹੈ? ਜਦੋਂ ਸੂਰਜ ਹੁੰਦਾ। ਦਿਨ ਵੇਲੇ ਅਸੀਂ ਕੀ ਕਰਨੇ ਆ? ਭਟਕਨੇ ਆ ਰੋਜ਼ੀ ਲਈ, ਤੇ ਰਾਤ ਨੂੰ ਕੀ ਕਰਨੇ ਆ? ਸੌਂ ਜਾਂਦੇ ਆ। ਹੁਣ ਇਹਦੇ ਕੀ ਅਰਥ ਨੇ? ਗਾਫਲਤਾ ਦੀ ਨੀਂਦ ਤੇ ਭਟਕਣਾ, ਇਹ ਵੀ ਦੋਵੇਂ ਮੁੱਕ ਜਾਂਦੇ ਨੇ। ਇੰਜ ਅਰਥ ਕਰਨੇ ਨੇ, ਪਹਿਲਾਂ ਪਦ ਅਰਥ ਕਰਨੇ ਨੇ, ਫਿਰ ਸਰਲ ਅਰਥ ਕਰਨੇ ਨੇ, ਫਿਰ ਭਾਵ ਅਰਥ ਕਰਨੇ ਨੇ। ਏਕ ਦਿਸ਼ ਧਾਵੇ ਵਾਲੀ ਜਿਹਦੀ ਅਵਸਥਾ ਬਣ ਗਈ, ਫਿਰ ਉਹਨੂੰ ਗੋਬਿੰਦ ਦੀ ਪ੍ਰਾਪਤੀ ਹੋ ਜਾਂਦੀ। ਹੁਣ ਆ ਗਿਆ ਉਹ ਪੰਕਤੀ ਜਿਹੜੀ ਇਹਨਾਂ 6 ਪਦਿਆਂ ਦਾ ਸੈਂਟਰ ਵਾਲੀ, ਏਕਾਦਸ਼ੀ ਏਕ ਦਿਸ਼ ਧਾਵੇ, ਫੁਰਨਿਆਂ ਤੇ ਕਾਬੂ ਕਰੇ, ਵਕਾਰਾਂ ਵੱਲੋਂ ਮਨ ਨੂੰ ਹੋੜੇ, ਇੱਕ ਵੱਲ ਮੁੜੇ, ਤੋ ਜੋਨੀ ਸੰਕਟ ਬਹੁਰ ਨਾ ਆਵੇ। ਜਿਹੜਾ ਇੱਕ ਪ੍ਰਮਾਤਮਾ ਵਾਲੀ ਧਾਵੇ, ਇੱਕ ਵਾਰੀ ਤੁਸੀਂ ਵੀ ਕਿਰਪਾ ਕਰੋ ਉਸ ਇੱਕ ਨੂੰ ਅਭਿਨੰਦਨ ਕਰੀਏ। ਸਾਰੇ ਪਿਆਰ ਨਾਲ ਆਖੋ, ਏਕੋ ਹੈ ਭਾਈ ਏਕੋ ਹੈ, ਏਕੋ ਹੈ ਭਾਈ ਏਕੋ ਹੈ, ਏਕੋ ਏਕੋ ਹੈ ਭਾਈ ਏਕੋ ਹੈ, ਏਕੋ ਹੈ ਭਾਈ ਏਕੋ ਹੈ। ਸਾਹਿਬ ਮੇਰਾ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਏਕ ਦਿਸ਼ ਧਾਵੇ, ਏਕ ਦਿਸ਼ ਧਾਵੇ ਦਾ ਮਤਲਬ ਹੈ ਇੱਕ ਪਰਮਾਤਮਾ ਵਾਲੀ ਸੁਰਤ ਰੱਖੇ। ਜਿਹੜੇ ਦੂਜੇ ਦੇਵੀ ਦੇਵਤੇ ਨੇ, ਪੈਗੰਬਰ ਨੇ, ਨਬੀ ਨੇ, ਔਲੀਏ ਨੇ, ਉਧਰ ਸੁਰਤ ਨਾ ਲਿਜਾਏ, ਪਰ ਉਹਨਾਂ ਦੀ ਆਲੋਚਨਾ ਵੀ ਨਾ ਕਰੇ, ਉਹਨਾਂ ਨਾਲ ਮਨ ਵਿੱਚ ਕੀਨਾ ਵੀ ਨਾ ਰੱਖੇ। ਸ਼ਾਹਜ਼ਾਦਾ ਮੁਅੱਜ਼ਮ ਉਰਫ ਬਹਾਦਰ ਸ਼ਾਹ, ਔਰੰਗਜ਼ੇਬ ਦਾ ਪੁੱਤਰ, ਜਦੋਂ ਮਹਾਰਾਜ ਨਾਲ ਸੰਧੀ ਹੋਈ ਨਾ, ਤੇ ਉਹਨੇ ਸੋਚਿਆ ਸ਼ਾਇਦ ਮੇਰੇ ਤੋਂ ਮਹਾਰਾਜ ਪ੍ਰਭਾਵਿਤ ਹੋ ਗਏ ਨੇ, ਗੁਰੂ ਗੋਬਿੰਦ ਸਿੰਘ। ਮਹਾਰਾਜ ਨੂੰ ਕਹਿਣ ਲੱਗਾ, ਪੀਰ, ਪੀਰ ਸ਼ਬਦ, ਪੀਰ ਮਜ਼ਹਬ तुम्हारा खूब के हमारा खूब। बहादुर शाह, पीर मजहब तुम्हारा खूब के हमारा खूब। हजूर हंस पे, कहने लगे मुअज्जम तुमको तुम्हारा खूब, हमको हमारा खूब। कोई है दुनिया का फिलासफर जिहदे कोल इस तरह के जवाब होण? जिवें किसी प्यासे नूं रूह अफजे का स्कैच तैयार करके दे दईए ते तृप्त हो जाता। कोई अगों लड़ाई नहीं, कोई झगड़ा नहीं, कोई बहस नहीं है, तसल्ली खातर कर देनी अगले दी, और हसदियां हसदियां समाइल करके। ये सानू साडे गुरु ने सिखाया भी हर वेले मत्थे ते वाटी ना पाई रखो, हर वेले पौवां ना चढ़ी, हर वेले बाहां ही ना टुंगी जाया करो। गलबात नाल भी मसले हल हुंदे ने। तो खैर, एक दिश धावे तो जोनी संकट बहुर ना आवे, शीतल निर्मल
ਭਇਆ ਸਰੀਰਾ। ਸਰੀਰ ਇੱਕ ਤੇ ਨਿਰਮਲ ਹੋ ਜਾਂਦਾ ਹੈ। ਦੇਖੋ ਨਿਰਮਲ ਦੇ ਅਰਥ ਇੱਕ ਤੇ ਬੈਰੂਨੀ ਤੌਰ ਤੇ ਇਹਨੂੰ ਕਿਸੇ ਬਾਡੀ ਵਾਸ਼ ਨਾਲ, ਸ਼ੈਂਪੂ ਨਾਲ ਧੋਣਾ, ਪਾਣੀ ਦੇ ਨਾਲ ਸਾਫ਼ ਕਰਨਾ। ਇੱਕ ਹੈ ਸਾਧ ਸੰਗਤ ਨਿਰਮਲ ਮੀਨਸ ਅੰਦਰੋਂ ਵਕਾਰ ਜਾਂ ਭੈੜੇ ਫੁਰਨਿਆਂ ਨੂੰ ਧੋ ਦੇਣਾ, ਉਹਨਾਂ ਨੂੰ ਖਤਮ ਕਰ ਦੇਣਾ। ਉਹ ਹੈ ਅਸਲ ਸਫਾਈ ਜਿਹੜੀ ਗੁਰਮਤਿ ਦੀ ਹੈ। ਇਹਨੂੰ ਹਜ਼ੂਰ ਕਹਿੰਦੇ ਨੇ ਸਾਧ ਭਲੇ ਅਣ ਨਾਤਿਆਂ। ਜਿਹਨੇ ਸਾਧ ਲਿਆ ਆਪਣੇ ਆਪ ਨੂੰ, ਉਹ ਨਹੀਂ ਵੀ ਪਾਣੀ ਨਾਲ ਨਾਤਾ 1 ਦਿਨ 2 ਦਿਨ 4 ਦਿਨ, ਕੋਈ ਸਮੱਸਿਆ, ਕੋਈ ਗੱਲ ਨਹੀਂ। ਪਰ ਜੇ ਪਾਣੀ ਨਾਲ ਨਾਤਾ ਹੈ ਤੇ ਬਿਰਤੀ ਠੀਕ ਨਹੀਂ ਤੇ ਫਿਰ ਜਲ ਕੇ ਮੱਜਨ ਜੇ ਗੱਤ ਹੋਵੇ, ਨਿਤ ਨਿਤ ਮੇਂਡੂਕ ਨਾਵੇਂ। ਇੱਥੇ ਢਾਡੀ ਵਾਲੇ ਢੱਡੇ ਨੂੰ ਔਂਕੜ ਹੈ, ਇਹ ਨਾ ਸਮਝੋ ਗਿਆਨੀ ਜੀ ਗਲਤ ਉਚਾਰਨ ਕਰ ਰਹੇ ਨੇ। ਨਿਤ ਨਿਤ ਮੇਂਡੂਕ ਨਾਵੇਂ, ਜੈਸੇ ਮੇਂਡੂਕ, ਔਰ ਬਕਾਇਦਾ ਇੱਥੇ ਲਾਂ ਦੇ ਉੱਤੇ ਨਾ ਟਿੱਪੀ ਵੀ ਲੱਗੀ ਹੋਈ ਹੈ। ਤੈਸੇ ਓਏ ਨਰ ਫਿਰ ਜੋਨੀ ਆਵੇਂ, ਮਨੋ ਕਠੋਰ ਮਰੈ ਬਨਾਰਸ, ਨਰਕ ਨਾ ਬਾਂਚਿਆ ਜਾਈ, ਔਰ ਹਰ ਕਾ ਸੰਤ ਮਰੈ ਹੜੰਬੈ, ਤੋ ਸਗਲੀ ਸੈਨ ਤਰਾਈ। ਕਬੀਰ ਵਰਗੇ ਹੜੰਬੇ 'ਚ ਧਰਤੀ ਸਰੀਰ ਤਿਆਗ ਜਾਣ ਤਾਂ ਵੀ ਮੁਕਤ ਨੇ, ਤੇ ਜਿਹੜਾ ਚੋਰ ਠੱਗੇ ਉਹ ਬਨਾਰਸ ਵਿੱਚ ਵੀ ਤਿਆਗੇ ਤੇ ਕੋਈ ਪ੍ਰਾਪਤੀ ਨਹੀਂ ਹੁੰਦੀ। ਇਸ ਵਾਸਤੇ ਸ਼ੀਤਲ ਨਿਰਮਲ ਭਇਆ ਸਰੀਰਾ, ਦੂਰ ਬਤਾਵਤ ਪਾਇਆ ਨੀਰਾ। ਨੰਨੇ ਨੂੰ ਬਿਹਾਰੀ ਰਾਰੇ ਨੂੰ ਕਰਨਾ। ਜਿਹੜਾ ਪ੍ਰਮਾਤਮਾ ਦੂਰ ਲੋਕੀ ਦੱਸਦੇ ਸਨ ਮੈਨੂੰ ਨੇੜੇ, ਨੀਰਾ ਮੈਨੇ ਨੇੜਾ। ਹੁਣ ਜੀ ਨੇੜਾ, ਦੂਰ ਬਤਾਵਤ ਪਾਇਆ, ਨੇੜੇ ਕਿਉਂ ਨਹੀਂ ਲਿਖਿਆ, ਨੀਰਾ ਕਿਉਂ ਲਿਖਿਆ? ਨੀਰਾ ਤੇ ਸਾਡੇ ਮਾਲਵੇ ਦੇ ਵਿੱਚ ਹਰੇ ਚਾਰੇ ਨੂੰ ਵੀ ਕਹਿੰਦੇ ਨੇ। ਇਸ ਵਾਸਤੇ ਪਿਆਰਿਓ ਕੌਮ ਦੇ ਵਾਰਸੋ ਧਿਆਨ ਦਿਆ ਜੇ, ਸ਼ੀਤਲ ਨਿਰਮਲ ਭਇਆ ਸਰੀਰਾ, ਸਰੀਰਾ ਤੇ ਨੀਰਾ, ਕਿਉਂਕਿ ਇਹਦੀ ਤੁਕਾਂਤ ਪੂਰਤੀ ਵੀ ਕਰਨੀ ਹੈ, ਇਹਦਾ ਤੋਲ ਵੀ ਪੂਰਾ ਕਰਨਾ ਹੈ। ਜਦੋਂ ਇਹਨੂੰ ਗਾਉਣਾ ਹੈ ਰਬਾਬ ਨਾਲ ਜਾਂ ਵਾਜੇ ਨਾਲ, ਇਹਦੀਆਂ ਮਾਤਰਾ ਵੀ ਪੂਰੀਆਂ ਹੋਣੀਆਂ ਚਾਹੀਦੀਆਂ ਨੇ। ਇਸ ਲਈ ਨੀਰੇ ਨਹੀਂ, ਇਹਨੂੰ ਨੀਰਾ ਲਿਖਣਾ ਪਿਆ। ਔਰ ਇਹ ਸ਼ਾਇਰ ਲੋਕਾਂ ਨੂੰ, ਕਵੀ ਲੋਕਾਂ ਨੂੰ ਖੁੱਲ੍ਹ ਹੁੰਦੀ ਹੈ, ਉਹ ਆਪਣੀ ਰਚਨਾ ਦਾ ਤੋਲ ਪੂਰਾ ਕਰਨ ਲਈ ਵਾਧਾ ਘਾਟਾ ਕਰ ਸਕਦੇ ਨੇ। 12 ਉਗਵੈ ਸੂਰ, ਏਕ ਦਿਸ਼ ਧਾਵੇ ਦੀ ਬਰਕਤ ਨਾਲ ਅੰਦਰ ਇੰਨਾ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਜਿਵੇਂ ਇਕੱਠੇ 12 ਸੂਰਜ ਚੜ ਪਏ ਹੋਣ। ਤੁਹਾਨੂੰ ਚੇਤਾ ਹੋਵੇਗਾ ਇੱਕ ਦਿਨ ਇਸ ਤਰ੍ਹਾਂ ਦਾ ਵੀ ਆਇਆ ਸੀ, ਜਦੋਂ ਸਾਇੰਸਦਾਨਾਂ ਨੇ ਸੈਟੇਲਾਈਟ ਨਾਲ ਇੱਕ ਪਿਕਚਰ ਲੈ ਕੇ ਆਂਦੀ ਸੀ ਗਲੋਬਲ ਤੇ, ਔਰ ਅਖਬਾਰਾਂ ਦੀ ਸੁਰਖੀ ਬਣੀ ਸੀ, ਕਤਾਰ ਵਿੱਚ ਸੂਰਜ ਚੜੇ ਹੋਏ ਨੇ। ਕਤਾਰ ਵਿੱਚ 1 2 3 4 5 6 7 8 9, ਤੁਹਾਨੂੰ ਯਾਦ ਹੋਵੇਗਾ। तो ऐसा नहीं भी सूरज एक है, केते इंद चंद सूर केते केते मंडल देश। 12 उगमे सूर, अंदर इन्ना ज्ञान प्रचंड हो जाता है भी ज्ञान खंड में ज्ञान प्रचंड, तिथे नाद विनोद कोड आनंद, अंदर प्रचंड रोशनी हो जाती है। मीनस बहुत ज्यादा ज्ञान का हड़ आ जाता है। देखो भाई ज्ञान की आई आंधी वाली अवस्था बन जाती, मानो 12 सूरज कट्ठे चढ़ गए ने। और फिर की हुंदा है, एहनस बाजे अनहद तूर, अंदर ए निस, ए मैंने दिन निस मैंने रात, दिन रात अंदर अनहद नाद ही वजदे रहिंदे, अंदर एक मस्ती जी छाई रहिंदी। कईयां नूं ना थोड़ी प्रॉब्लम भी हुंदी है, तो कन्नां विच छां छां जी हुंदी रहिंदी। मैनूं एक प्रेमी कहण लगा जी इस तरह ये अनहद नाद है। मैं कहा ये अनहद नाद नहीं, ये तैनूं हाजमे की समस्या है, और ये वो छां छां तेरे कंन उहदे नाल करदे ने, वो होर चीज़, उहदे नाल चेहरे दे उत्ते एक वखरी जी गलो आ जाती है। तुसी हथ भी इदां करोगे ना, आम बंदे नालों तुहानूं जुदा लगेगा। तुहाडा तुरना, तुहाडा बोलना, तुहाडा सुनना, तुहाडा वेखना, हरेक चीज़ दे विच जिहड़ी है वो बरकत आ जाएगी, वो वेखण वालिआं नूं महसूस होवेगा। मैं तो केवल गल्लां वाला वां ना, तो वो नहीं, अनहद नाद होर चीज़ है, डूंगी चीज़ है। देखिया तिहूं लोक का पीओ, तिन्ना लोकां दा मालक परमात्मा जिहड़ा उहदे दीदार हो जांदे ने। और एक बड़ा आश्चर्ज कौतक हुंदा है, अचरज पया जीव ते सीओ, एक दिश धावे दी बरकत नाल जिहड़ा जीव है, आत्मा है, वो परमात्मा का ही स्वरूप हो जाता है। अचरज
भया जीव ते सीओ, जीव मैंने जीवात्मा और सीओ मैंने परमात्मा। जीवात्मा तो परमात्मा हो जाता है, एडी उच्ची अवस्था बन जाती है। किहदी? एक दिशता है। ये नहीं भी कदी अजमेर शरीफ चादर लैके अपड़िया होवे, कदी शनि दे मंदिर च, कदी हनुमान दे मंदिर च अपड़िया। मेरा उन्हां नाल कोई विरोध नहीं, पर इको बेड़ी विच बैठा होवे, होर बेड़ियां दे मलावां नाल लड़े ना, उन्हां दी भंडी ना करे, आप इको ही बेड़ी विच बह जाए। बहन लगा ठनका लवे भी किहदी च बहना, जिहदी च मर्जी बह जाए, दुबेड़ी लत्तां ना रखे। एक दिश तावे और फिर अचरज पया जीव ते सीओ, तेरस 13 अगम बखान। ये जिहड़ी तेरस दी उपदेश है, अगम जिहड़ा अपहुंच वाहिगुरू है, अकाल पुरख, ਉਹਦੇ बारे ਇਹਨੂੰ फिर सूझ ਹੁੰਦੀ है और ਇਹਦੀ आइडियोलॉजी बदल जाती है। की बदलता है? अर्ध उर्ध, नीचे ऊपर, सारे आकाश विच सम पहचान। सम मैंने बराबर, सारिਆਂ ਵਿੱਚ फिर बराबर ਇਹਨੂੰ अकाल पुरख वाहिगुरू नजर आਉਂਦਾ है। नीच ऊच नहीं मान अमान, ना ਇਹਦੇ वास्ते कोई नीवा है, ना फिर ਇਹਦੇ वास्ते कोई ਉੱਚਾ ਹੁੰਦਾ है। भाव ऊच नीच की भावना भी यदि खत्म हो जाती है। और मान ਇਹਦਾ कोई करे, भावें कोई अपमान करे, ਉਹਦੇ ਨਾਲ भी कोई फर्क नहीं पैंदा। ਅਸੀਂ तो केवल ਗੱਲਾਂ ਵਾਲੇ ਆ ना, ਜਿਹੜਾ ਸਾਡਾ ਮਾਨ करे ਸਾਨੂੰ ਚੰਗਾ ਲੱਗਦਾ, ਜਿਹੜਾ ਸਾਡਾ अपमान करे ਅਸੀਂ ਉੱਥੇ ਹੀ ਕਾਲਰ ਫੜ ਲੈਂਦੇ ਆ ਵੀ ਹੁਣ ਤੂੰ ਜਾਏਗਾ ਕਿੱਥੇ, ਅੱਗ ਬਬੂਲੇ ਹੋ ਜਾਂਦੇ ਆ। ਪਰ ਜਿਹਦੀ ਗੱਲ ਕਬੀਰ ਸਾਹਿਬ ਕਹਿ ਰਹੇ ਨੇ, ਇੱਕ ਦਿਸ਼ਤਾ ਹੈ, ਕੋਈ अपमान कर जाए। गुरु अमरदास ਨੂੰ ਦਾਤੂ ਨੇ ਲੱਤ ਮਾਰੀ, ਉਹ ਵੀ ਦਰਬਾਰ ਵਿੱਚ ਚੱਲਦੇ ਦੀਵਾਨ ਵਿੱਚ, ਤੇ ਮਹਾਰਾਜ ਥੱਲੇ ਡਿੱਗ ਪਏ। ਉੱਠ ਕੇ ਕੀ ਕੀਤਾ? ਜਿਹੜੇ ਸਿੱਖ ਉਹਨੂੰ ਫੜਨ ਲੱਗੇ ਉਹਨਾਂ ਨੂੰ ਤੇ ਇਸ਼ਾਰਾ ਕੀਤਾ ਨਾ ਵੀ ਇਹਨੂੰ ਕੁਛ ਨਹੀਂ ਕਹਿਣਾ। ਉੱਠ ਕੇ ਕੋਲ ਗਏ, ਚਰਨ ਪਕੜੇ ਤੇ ਕਹਿਣ ਲੱਗੇ, ਗੁਰੂ ਪੁੱਤਰ ਜੀ, ਤੁਸੀਂ ਜਿਹੜੀ ਲੱਤ ਮਾਰਨ ਦੀ ਖੇਚਲ ਕੀਤੀ ਹੈ, ਮੈਨੂੰ ਅਫਸੋਸ ਹੈ ਵੀ ਮੇਰੇ ਸਰੀਰ ਦੇ ਉੱਤੇ ਮਾਸ ਕੋਨੀਗਾ, ਹੱਡ ਨੇ। ਤੁਸੀਂ ਜਦੋਂ ਕੋਮਲ ਚਰਨ ਮਾਰਿਆ ਤੁਹਾਨੂੰ ਦਰਦ ਹੋਈ ਹੋਵੇਗੀ, ਔਰ ਜ਼ਰੂਰ ਮੇਰੀ ਕਿਸੇ ਗੁਸਤਾਖੀ ਕਰਕੇ ਤੁਹਾਨੂੰ ਲੱਤ ਮਾਰਨੀ ਪਈ ਹੋਵੇਗੀ। ਕਿਰਪਾ ਕਰਕੇ ਦੱਸੋ ਮੇਰੀ ਗੁਸਤਾਖੀ ਕੀ ਹੈ। ਵੈਸੇ ਤੁਹਾਨੂੰ ਜਿਹੜੀ ਖੇਚਲ ਹੋਈ ਹੈ ਲੱਤ ਮਾਰਨ ਦੀ, ਪੈਰ ਮਾਰਨ ਦੀ, ਜਿਹੜਾ ਦਰਦ ਹੋਇਆ, ਉਹਦੀ ਵਜ੍ਹਾ ਇੱਕ ਤੋਂ ਸੇਵਾ ਕਰਤ ਰਹੇ ਹੋ, ਦੁਤੀਏ ਬੈ ਤੇ ਬਿਰਧ ਪਏ ਹੋ, ਤੁਹਾਡੇ ਪਿਤਾ ਦੀ ਸੇਵਾ ਕਰਦੇ ਗਾਗਰ ਢੋਂਦਾ ਰਿਹਾ, ਉਹਦੇ ਕਰਕੇ ਵੀ ਮਾਸ ਨਹੀਂ ਰਿਹਾ। ਦੂਜਾ ਉਮਰ ਕਰਕੇ ਵੱਡਾ ਵਾਂ, ਤਾਂ ਤੇ ਅਦਕ ਸਰੀਰ ਕਠੋਰਾ, ਤੁਮਰੇ ਚਰਨ ਮਿਰਦਲ ਨੇ ਥੋਰਾ। ਤੁਹਾਡੇ ਚਰਨ ਤੇ ਬੜੇ ਕੋਮਲ ਨੇ, ਲਿਆਓ ਮੈਂ ਥੋੜੇ ਜਿਹੇ ਘੁੱਟ ਦਿਆਂ। ਨਹੀਂ ਤੇ ਆਮ ਤੌਰ ਤੇ ਇੱਕ SHO ਦੀ ਕੋਈ ਇਨਸਲਟ ਹੌਲਦਾਰਾਂ ਸਿਪਾਹੀਆਂ ਦੇ ਸਾਹਮਣੇ ਕਰਦਾ ਹੈ ਤੇ ਉਹ ਜ਼ਿਆਦਾ ਮਹਿਸੂਸ ਕਰੇਗਾ, ਜੇ ਇਕੱਲੇ ਦੀ ਕਰੇ ਤੇ ਘੱਟ ਮਹਿਸੂਸ ਕਰੇਗਾ। ਕਿਉਂਕਿ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਵੀ ਦੂਜਿਆਂ ਦੇ ਸਾਹਮਣੇ ਮੇਰੀ ਇਸ ਤਰ੍ਹਾਂ ਇਨਸਲਟ ਹੋ ਗਈ, ਮੇਰਾ ਬੜਾ ਅਪਮਾਨ ਹੋ ਗਿਆ, ਤੇ ਪਰੇ ਦਰਬਾਰ ਵਿੱਚ ਲੱਤ ਕੱਢ ਮਾਰੀ ਔਰ ਰਿਐਕਸ਼ਨ ਨਹੀਂ ਕੋਈ ਹੋਇਆ। ਉਲਟਾ ਹਜ਼ੂਰ ਨੇ ਜਾ ਕੇ ਚਰਨ, ਅਸੀਂ ਉਸ ਗੁਰੂ ਦੇ ਸਿੱਖ ਹਾਂ, ਲੱਤਾਂ ਮਾਰਨ ਵਾਲੇ ਗੁਰੂ ਦੇ ਸਿੱਖ ਨਹੀਂ, ਲੱਤਾਂ ਖਾਣ ਵਾਲੇ ਗੁਰੂ। ਮਹਾਰਾਜ ਮੱਕੇ ਗਏ, ਗੁਰੂ ਨਾਨਕ ਸਾਹਿਬ, ਜੀਵਨ ਮਾਰੀ ਲੱਤ ਦੀ, ਕਿਹੜਾ ਸੁੱਤਾ ਕੁਫਰ ਕਫਾਰੀ, ਔਰ ਟੰਗੋਂ ਪਕੜ ਘਸੀਟਿਆ, ਫਿਰਿਆ ਮੱਕਾ ਕਲਾ ਦਿਖਾਰੀ। ਉਹ ਕਿਉਂ ਰੱਬ ਦੇ ਘਰ ਵੱਲ ਪੈਰ ਕਰਕੇ ਪਿਆ ਹੈ ਗਾਫਲਾ, ਤੇ ਹਜ਼ੂਰ ਗੁੱਸਾ ਨਹੀਂ ਕਰਦੇ, ਵੱਖੀ ਚ ਲੱਤ ਮਾਰੀ ਉਹਨੇ। ਤੇ ਮਹਾਰਾਜ ਕਹਿਣ ਲੱਗੇ, ਮੈਂ ਤੇ ਅਨਾੜੀ ਹਾਂ, ਅਨਪੜ੍ਹ ਹਾਂ, ਫਿਰ ਦੁਬਾਰਾ ਨਾ ਗਲਤੀ ਹੋ ਜਾਏ, ਇਸ ਤਰ੍ਹਾਂ ਕਰ, ਮੇਰੇ ਪੈਰ ਉਧਰ ਫੜ ਕੇ ਕਰਦੇ ਜਿੱਧਰ ਰੱਬ ਦਾ ਘਰ ਨਹੀਂ। ਉਹਨੇ ਟੰਗੋਂ ਪਕੜ ਘਸੀਟਿਆ, ਕੋਈ ਪਿਆਰ ਨਾਲ ਥੋੜਾ ਫੜਿਆ ਹੋਵੇਗਾ, ਗੁੱਸੇ ਨਾਲ ਹੀ ਫੜਿਆ ਹੋਵੇਗਾ। ਉਸ ਗੁਰੂ ਦੇ ਅਸੀਂ ਸਿੱਖ ਹਾਂ। ਪਰ ਜੇ ਬਾਕੀ ਕਮਿਊਨਿਟੀਜ਼ ਨਾਲ ਸਿੱਖ ਕਮਿਊਨਿਟੀ ਨੂੰ ਕੰਪੇਅਰ ਕਰੀਏ ਤੇ ਅਸੀਂ ਹਰ ਵਕਤ ਹੀ ਬਾਹਾਂ ਟੁੰਗੀ ਰੱਖਣੇ ਆ, ਭਾਵਾਂ ਚੜੀਆਂ ਹੀ ਰਹਿੰਦੀਆਂ ਨੇ। ਇਹ ਆਤਮ ਮੰਥਨ ਕਰਨ ਦੀ ਲੋੜ ਹੈ। ਸਮਾਪਤੀ ਵੱਲ ਮੈਂ ਜਾਵਾਂ, ਉਹਦੇ ਵਾਸਤੇ ਕੋਈ ਊਚ ਨਹੀਂ, ਕੋਈ ਨੀਚ ਨਹੀਂ, ਕੋਈ ਮਾਨ ਕਰ ਜਾਏ, ਅਪਮਾਨ ਕਰ ਜਾਏ, ਕੋਈ ਫਰਕ ਨਹੀਂ ਪੈਂਦਾ। ਸਾਰਾ ਉਹ ਸ਼ਬਦ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਿਆ, ਪਰ ਸਮੇਂ ਦੀ ਘਾਟ ਹੈ। ਵਿਆਪਕ ਰਾਮ ਸਗਲ ਸਾਮਾਨ, ਉਹਨੂੰ ਪ੍ਰਮਾਤਮਾ ਹਰ ਥਾਂ ਤੇ ਸਮਾਨ ਬਰਾਬਰ ਵਿਆਪਕ ਨਜ਼ਰ ਆਉਂਦਾ ਹੈ। 14 ਲੋਕ ਮਜ਼ਾਰ, 7 ਪਤਾਲ ਮੰਨੇ ਗਏ ਨੇ, 7 ਆਕਾਸ਼ ਮੰਨੇ ਗਏ ਨੇ ਇਸਲਾਮ ਵਿੱਚ। ਉਹਨਾਂ 14 ਲੋਕਾਂ ਵਿੱਚ ਰੋਮ ਰੋਮ ਮੈਂ ਬਸੈ ਮੁਰਾਰ, ਮੁਰਨਾਮੀ ਦੈਂਤ ਦਾ ਜੋ ਹਰਨਹਾਰ ਅਕਾਲ ਪੁਰਖੇ, ਉਹ ਹਰ ਥਾਂ ਤੇ ਵਾਸ ਕਰਦਾ ਹੈ। ਸਤ ਸੰਤੋਖ ਕਾ ਧਰੋ ਧਿਆਨ, ਸਤ ਮੈਨੇ ਦਾਨ, ਦਾਨ ਮੈਨੇ ਸੇਵਾ,
ਲੋੜਵੰਦਾਂ ਦੀ ਸੇਵਾ ਕਰੋ ਔਰ ਜੀਵਨ ਦੇ ਵਿੱਚ ਸਬਰ ਧਾਰਨ ਕਰੋ, ਸੰਤੋਖ ਧਾਰਨ ਕਰੋ। ਕਥਨੀ ਕਥੀਐ ਬ੍ਰਹਮ ਗਿਆਨ, ਉਹ ਗੱਲਾਂ ਕਰਿਆ ਕਰੋ ਜਿਹਦੇ ਨਾਲ ਪਰਮਾਤਮਾ ਦਾ ਗਿਆਨ ਹੋਵੇ, ਬ੍ਰਹਮ ਗਿਆਨ ਹੋਵੇ। ਤੇ ਪੂਨਿਓ ਪੂਰਾ ਚੰਦ ਆਕਾਸ਼, ਪੂਰਨਮਾਸ਼ੀ ਦੀ ਵਿਆਖਿਆ ਹੈ, ਪਸਰੈ ਕਲਾ ਸਹਜ ਪ੍ਰਗਾਸ। ਆਤਮਕ ਅਡੋਲਤਾ ਵਿੱਚ ਫਿਰ ਉਹਦੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ, ਪ੍ਰਗਾਸ ਹੁੰਦਾ ਹੈ। ਆਦ ਅੰਤ ਮੱਧ ਹੋਏ ਰਿਹਾ ਥੀਰ, ਸੁਖ ਸਾਗਰ ਮੈਂ ਰਮੈ ਕਬੀਰ। ਫਿਰ ਪਤਾ ਲੱਗਦਾ ਹੈ ਆਦ ਤੋਂ ਅੰਤ, ਅੰਤ ਤੋਂ ਵਿਚਕਾਰ ਮੱਧ, ਭਾਵ ਸਾਰੇ ਬ੍ਰਹਿਮੰਡ ਵਿੱਚ ਵੀ, ਪ੍ਰਿਥਵੀ ਦੀ ਰਚਨਾ ਤੋਂ ਮੁੱਢ ਤੋਂ ਵੀ, ਵਿਚਕਾਰ ਵੀ, ਅੰਤ ਤੱਕ ਵੀ, ਜੇਨ ਕੇਨ ਇੱਥੇ ਉੱਥੇ, ਜਤਰ ਕਤਰ ਦਿਸ਼ਾ ਵਿਸ਼ਾ ਹੋਏ ਫੈਲਿਓ, ਅਨੁਰਾਗ ਵਾਲੀ ਅਵਸਥਾ ਬਣਦੀ ਹੈ। ਤੋ ਸਾਧ ਸੰਗਤ, ਇਹ ਜਿਹੜਾ ਸਿਰਲੇਖ ਸੀ ਨਾ, ਰਾਗ ਗੌੜੀ ਥਿੱਤੀ ਕਬੀਰ ਜੀ ਕੀ, ਇਹਦੀ ਕਥਾ ਜਿਹੜੀ ਹੈ ਸੰਖੇਪ ਜੀ ਮੈਂ ਆਪ ਜੀ ਦੇ ਚਰਨਾਂ ਵਿੱਚ ਰੱਖ ਦਿੱਤੀ, ਅੱਜ ਸਮਾਪਤ ਹੋ ਗਈ ਹੈ। ਅਗਲਾ ਸਿਰਲੇਖ ਹੈ ਏਕ ਓੰਕਾਰ ਸਤਿਗੁਰ ਪ੍ਰਸਾਦ, ਰਾਗ ਗੌੜੀ, ਵਾਰ ਕਬੀਰ ਜੀਓ ਕੇ। ਵਾਰ ਆਦਿਤ ਐਤ, ਫਿਰ ਸੱਸ ਮੰਗਲਵਾਰੇ ਲੈ ਮਾਹੀਤ, ਬੁੱਧਵਾਰ ਬੁੱਧ ਕਰੈ ਪ੍ਰਗਾਸ, ਫਿਰ ਬ੍ਰਿਹਸਪਤ, ਫਿਰ ਇਸੇ ਤਰ੍ਹਾਂ ਸ਼ੁੱਕਰਵਾਰ ਸ਼ਨੀਵਾਰ। 7 ਵਾਰਾਂ ਦੀ ਭਾਈ ਸਾਹਿਬ ਨੇ ਵਿਆਖਿਆ, ਖਿਮਾ ਕਰਨਾ, ਕਬੀਰ ਸਾਹਿਬ ਨੇ ਵਿਆਖਿਆ ਕੀਤੀ ਹੈ। ਉਸ ਤੋਂ ਬਾਅਦ ਫਿਰ ਭਗਤ ਨਾਮਦੇਵ ਸਾਹਿਬ ਦਾ ਇੱਕ ਸ਼ਬਦ, ਭਗਤ ਰਵਿਦਾਸ ਸਾਹਿਬ ਦੇ ਫਿਰ ਕੁਝ ਸ਼ਬਦ ਜਿਹੜੇ ਨੇ ਉਹ ਸਾਧ ਸੰਗਤ ਇਸ ਰਾਗ ਵਿੱਚ ਆਉਂਦੇ ਨੇ, ਉਹਨਾਂ ਦੀ ਫਿਰ ਲੜੀਵਾਰ ਜਿਸ ਤਰ੍ਹਾਂ ਮਹਾਰਾਜ ਵਿਆਖਿਆ ਕਰਵਾਉਣਗੇ। ਗੁਰੂ ਕਿਰਪਾ ਆਪ ਜੀ ਦੀ ਅਸੀਸ ਨਾਲ ਮੈਂ ਕੋਸ਼ਿਸ਼ ਕਰਾਂਗਾ ਅੱਜ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਿਸ਼ ਕਰਨੀ। ਸੋ ਆਓ ਬਣੇ ਪ੍ਰੋਗਰਾਮ ਅਨੁਸਾਰ ਹੁਣ ਕੀਰਤਨ